सतनाम वाहेगुरु साहिब जी। श्लोक महला पहला। सिमल रुख सुराएरा अत दीर्घ अत मुच। ओए जे आवह आस कर जाहे नरसे कित। फल फिके फुल बक बके कम न आवह पत। मिठत नीवी नानका गुण चंगियाइयां तत। सब को निभै आप को पर को निभै न कोय। धरता राजू तोलिए निभै सो गौरा होए। अपराधी दूना निभै जो हंता मिर्गा। शीस नवाया क्या थियै जा हृदय कुसुदे जाह। शीस नवाया क्या थिया जा हृदय कुसुदे जाहे। परम सत्कारयोग गुरु रूप गुरु प्यारी साध संगत जीओ, फतेह प्रवान करो जी। वाहिगुरु जी का खालसा वाहिगुरु जी की फतेह। गुरमुख प्यारिओ, वाहिगुरु की किरपा दे नाल आपां सिख धर्म के मोढी धन धन श्री गुरु नानक देव सच्चे पातशाह जी के मुबारक मुख विचों फरमान कीती हुई आसा की वार की लड़ीवार विचार कर रहे हाँ। 13 पौड़ियां ਅਤੇ 13 पौड़ियां ਦੇ ਨਾਲ ਆਏ ਸਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ 14ਵੀਂ ਪੌੜੀ ਅਤੇ 14ਵੀਂ ਪੌੜੀ ਦੇ ਨਾਲ ਆਏ ਹੋਏ ਸਲੋਕਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਓ ਬਿਲਕੁਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਸ਼ਲੋਕ ਮਹੱਲਾ ਪਹਿਲਾ। ਇਹ ਸ਼ਲੋਕ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤਾ ਹੋਇਆ ਹੈ। ਸਿਮਲ ਰੁਖ ਸੁਰਾਏਰਾ ਅਤ ਦੀਰਘ ਅਤ ਮੁਚ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ ਉਦਾਹਰਨ ਦੇ ਕੇ। ਸਿਮਲ ਰੁੱਖ ਦੀ ਜੋ ਬਹੁਤ ਵੱਡਾ ਹੁੰਦਾ ਉੱਚਾ ਹੁੰਦਾ ਪਰ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਸਿਮਲ ਰੁੱਖ ਸੁਰਾਏਰਾ। ਸੁਰਾਏਰਾ ਤੋਂ ਭਾਵ ਹੈ ਸਿੱਧਾ। ਸਿਮਲ ਦਾ ਰੁੱਖ ਭਾਈ ਦੇਖਿਆ ਕਿਸੇ ਨੇ, ਜੇ ਨਹੀਂ ਦੇਖਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਸਿਮਲ ਦਾ ਰੁੱਖ ਸੁਰਾਏਰਾ ਸਿੱਧਾ ਹੁੰਦਾ, ਸਟਰੇਟ ਹੁੰਦਾ, ਉੱਪਰ ਨੂੰ ਜਾਂਦਾ। ਅਤ ਦੀਰਘ ਤੇ ਲੰਮਾ ਵੀ ਬੜਾ ਹੁੰਦਾ। ਸਿੱਧਾ ਵੀ ਹੁੰਦਾ ਭਾਵ ਬਿੰਗ ਵਲ ਨਹੀਂ ਖਾ ਕੇ ਉਹ ਲੰਬਾ ਹੋਇਆ ਹੁੰਦਾ, ਸਿੱਧਾ ਵੀ ਹੁੰਦਾ ਲੰਬਾ ਵੀ ਹੁੰਦਾ। ਅਤ ਮੁੱਚ ਤੇ ਭਾਰਾ ਵੀ ਬੜਾ ਹੁੰਦਾ। ਸਿਮਲ ਰੁੱਖ ਸੁਰਾਏਰਾ ਅਤ ਦੀਰਘ ਅਤ ਮੁੱਚ। ਲੰਬਾ ਵੀ ਆ ਸਿਮਲ ਦਾ ਰੁੱਖ, ਉੱਚਾ ਵੀ ਆ, ਭਾਰਾ ਵੀ ਆ, ਸਿੱਧਾ ਵੀ ਆ। ਪਰ ओए जे आवह आस कर जाहे नरासे कित। ओए जे आवह आस कर। ਹੁਣ ਇਹਦੇ ਜਿਹੜਾ ਸਿੱਧਾ ਹੋਣ ਦਾ ਕਰਕੇ ਉੱਚਾ ਹੋਣ ਦਾ ਕਰਕੇ ਬਹੁਤ ਦੂਰੋਂ ਦੀਂਦਾ ਤੇ ਪੰਛੀ ਆਸ ਕਰਕੇ ਇਸ ਸਿਮਲ ਦੇ ਦਰਖਤ ਤੇ ਆ ਬਹਿੰਦੇ ਹਨ। ओए जे आवह आस कर ਵੀ ਬੜਾ ਵੱਡਾ ਬਈ, बड़ा उच्चा बई, बड़ा सोहना बई, इत्थों जाके कुछ ना कुछ मिलूगा। पंछी बेचारे आस करके आउंदे आ। जाहे नरासे कित, वो नरासे चले जाते। कित का अर्थ है क्यों,
ਕਿਉਂ ਭਾਈ, ਇਹ ਗੱਲ ਸਮਝਣ ਵਾਲੀ ਹੈ। ਐਡਾ ਵੱਡਾ ਦਰਖਤ ਆ, ਪੰਛੀ ਆਉਂਦੇ ਆ ਕੇ ਨਰਾਸੇ ਚਲੇ ਜਾਂਦੇ ਆ। ਕਿਉਂ ਭਾਈ? ਕਿਉਂਕਿ ਅੱਗੇ ਸਮਝਾਇਆ ਗਿਆ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਹਿ ਪਤ। ਕਿਉਂ ਮੁੜ ਜਾਂਦੇ ਆ ਭਾਈ ਨਰਾਸੇ? ਕਿਉਂਕਿ ਜੇ ਫਲ ਖਾਣ ਦੀ ਕੋਸ਼ਿਸ਼ ਕਰਦੇ ਆ, ਸਿੰਮਲ ਰੁੱਖ ਦੇ ਫਲ ਆ ਜਿਹੜੇ ਉਹ ਫਿੱਕੇ ਹੁੰਦੇ ਆ, ਬੇਕਾਰ ਹੁੰਦੇ ਆ। ਫੁੱਲ ਬਕ ਬਕੇ, ਜਿਹੜੇ ਫੁੱਲ ਹੁੰਦੇ ਆ ਉਹ ਵੀ ਨਹੀਂ ਕਿਸੇ ਕੰਮ 'ਚ ਆਉਂਦੇ, ਉਹ ਵੀ ਬਕ ਬਕੇ ਆ। ਕੰਮ ਨਾ ਆਵਹਿ ਪੱਤ, ਤੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਇਸ ਦਰਖਤ ਦੇ ਤਿੰਨੇ ਚੀਜ਼ਾਂ ਹੀ ਬੇਕਾਰ ਆ, ਫਲ ਫਿੱਕੇ, ਫੁੱਲ ਬਕ ਬਕੇ, ਕੰਮ ਨਾ ਆਵਹਿ ਪੱਤ। ਇਸ ਕਰਕੇ ਜਿਹੜੇ ਪੰਛੀ ਆਉਂਦੇ ਆ ਇਸ ਦਰਖਤ ਦੇ ਕੋਲ, ਉਹ ਨਿਰਾਸੇ ਚਲੇ ਜਾਂਦੇ ਹਨ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਇਹ ਉੱਚਾ ਖੜਾ, ਇਹ ਹਉਮੈ ਦੇ ਵਿੱਚ ਆ ਦਰਖਤ। ਤੇ ਮਿੱਠਤ ਨੀਵੀ ਨਾਨਕਾ, ਅੱਗੇ ਸਮਝਾਇਆ ਗਿਆ ਕਿ ਨਿਮਰਤਾ ਹੀ ਚੰਗੀ ਹੈ, ਮਿੱਠਾ ਬੋਲਣਾ ਹੀ ਚੰਗਾ ਹੈ। ਗੁਣ ਚੰਗਿਆਈਆਂ ਤਤ, ਚੰਗੇ ਗੁਣ ਪ੍ਰਾਪਤ ਕਰਨੇ, ਇਹ ਤਤ ਭਾਵ ਹੈ। ਗੁਣੀ ਹੋਣਾ ਤਤ ਭਾਵ ਹੈ। ਹੁਣ ਜਿਵੇਂ ਸਿੰਮਲ ਰੁੱਖ ਦੀ ਉਦਾਹਰਨ ਦਿੱਤੀ ਆ, ਇੱਕ ਸਿੰਮਲ ਰੁੱਖ ਆ ਤੇ ਦੂਜੇ ਪੰਛੀ ਆਉਂਦੇ ਆ, ਆਸ ਕਰਕੇ ਨਿਰਾਸੇ ਚਲੇ ਜਾਂਦੇ ਆ। ਹੁਣ ਇਹ ਸਿੰਮਲ ਰੁੱਖ ਦੀ ਉਦਾਹਰਨ ਆ, ਕੇਵਲ ਤੇ ਕੇਵਲ ਢੁੱਕਦੀ ਕਿਹਦੇ ਤੇ ਆ? ਸਾਡੇ ਤੇ। ਅਸੀਂ ਸਿੰਮਲ ਰੁੱਖ ਦੇ ਵਾਂਗੂ ਅਗਰ ਔਗਣਾ ਵਾਲੇ ਹੋਵਾਂਗੇ, ਸਾਡੇ ਕੋਲ ਕੋਈ ਲੋਕ ਆਉਣਗੇ ਕਿ ਇਹ ਭਾਈ ਵੱਡਾ ਜਾਂ ਇਹ ਧਰਮੀ ਆ ਜਾਂ ਇਹ ਸਮਝਾ ਸਕਦਾ, ਤਾਂ ਨਿਰਾਸੇ ਹੋ ਕੇ ਚਲੇ ਜਾਣਗੇ। ਜੇ ਇਹੋ ਜੇ ਅਸੀਂ ਹੋਵਾਂਗੇ, ਹਉਮੈ ਦੇ ਭਰੇ ਹੋਵਾਂਗੇ, ਸਿੱਧੇ ਸਟਰੇਟ, ਫਲ ਤੇ ਫੁੱਲ ਕਿਸੇ ਕੰਮ ਦੇ ਨਹੀਂ, ਸਾਡੀਆਂ ਗੱਲਾਂ ਬਾਤਾਂ, ਸਾਡੀਆਂ ਆਦਤਾਂ ਕਿਸੇ ਕੰਮ ਦੀਆਂ ਨਹੀਂ। ਤੇ ਇਹੋ ਜਿਹਾ ਬੰਦਾ ਜੇ ਕਿਤੇ ਮੁਖੀ ਬਣਾ ਦਿੱਤਾ ਜਾਵੇ, ਫਿਰ ਕੀ ਹੁੰਦਾ? ਫਿਰ ਢੁੱਕਦੀ ਆ ਸਾਡੇ ਤੇ। ਜਦੋਂ ਸਾਡੇ ਧਰਮ ਹੀ ਮੁਖੀ ਗਲਤ ਬਣ ਜਾਂਦੇ ਆ, ਧਰਮ ਗਲਤ ਜਿਹੜਾ ਪ੍ਰਚਾਰਿਆ ਜਾਂਦਾ, ਉੱਥੇ ਲੜਾਈਆਂ ਝਗੜੇ ਕਲੇਸ਼ ਪੈਂਦੇ ਆ, ਸੱਚੇ ਧਰਮ ਤੋਂ ਲੋਕ ਦੂਰ ਹੋ ਜਾਂਦੇ ਆ। ਮਹਾਰਾਜ ਸਮਝਾ ਰਹੇ ਹਨ, ਅਗਰ ਕਿਸੇ ਸਥਾਨ ਦਾ, ਧਾਰਮਿਕ ਸਥਾਨ ਦਾ ਮੁਖੀ ਬੇਵਕੂਫ ਹੋਵੇ, ਉਹਦੇ ਕੋਲੇ ਲੋਕ ਆਉਣਗੇ ਤਾਂ ਚੰਗੇ ਵਾਸਤੇ, ਵੀ ਕੁਝ ਨਾ ਕੁਝ ਸਿੱਖਾਂਗੇ, ਕੁਝ ਨਾ ਕੁਝ ਪੜ੍ਹਾਂਗੇ, ਕੁਝ ਨਾ ਕੁਝ ਗੁਰਬਾਣੀ ਦੀ ਅਸੀਂ ਸਿੱਖਿਆ ਲਵਾਂਗੇ, ਪਰ ਉਹਨੂੰ ਕੱਖ ਦਾ ਹੀ ਨਹੀਂ ਪਤਾ, ਨਿਰਾਸੇ ਚਲੇ ਜਾਂਦੇ ਆ। ਇਹੋ ਜਿਹੇ ਭਾਈ ਲੋਕ ਅਸੀਂ ਅੱਗੇ ਕੀਤੇ ਹੋਏ ਆ। ਜੇ ਅਸੀਂ ਇਹੋ ਜਿਹੇ ਬਣ ਜਾਵਾਂਗੇ, ਇਹੋ ਜਿਹੇ ਕੰਮ ਕਰਾਂਗੇ, ਤਾਂ ਅਸੀਂ ਮਾਰੇ ਜਾਵਾਂਗੇ, ਅਸੀਂ ਦੁਖੀ ਹੋਵਾਂਗੇ। ਸਾਡੇ ਬੱਚੇ ਜਿਹੜੇ ਆ ਉਹ ਨਰਕਾਂ ਦੇ ਵਾਸੀ ਹੋਣਗੇ, ਭਵਜਲ ਦੇ ਵਿੱਚ ਫਸੇ ਰਹਿਣਗੇ। ਜੇ ਅਸੀਂ ਚੰਗੇ ਗੁਣਾਂ ਵਾਲੇ ਹੋ ਜਾਵਾਂਗੇ, ਤਤ ਭਾਵ ਇਹ ਪ੍ਰਾਪਤ ਕਰ ਲਾਂਗੇ, ਚੰਗਾ ਗਿਆਨ ਪ੍ਰਾਪਤ ਕਰ ਲਾਂਗੇ, ਤਾਂ ਅਸੀਂ ਚੰਗੇ ਹੋ ਜਾਵਾਂਗੇ। ਨਹੀਂ ਤਾਂ ਅਸੀਂ ਹਉਮੈ ਦੇ ਵਿੱਚ, ਜਿਹੜਾ ਬੰਦਾ ਨਕਲੀ ਧਰਮੀ ਹੈ, ਉਹਦੇ ਵਾਸਤੇ ਉਹ ਸਮਝਾਇਆ ਗਿਆ ਸਿੰਮਲ ਰੁੱਖ ਦੀ ਤਰ੍ਹਾਂ ਹੁੰਦਾ। ਨਕਲੀ ਧਰਮੀ ਉੱਚਾ ਲੰਮਾ ਬਹੁਤ ਹੁੰਦਾ, ਪਦਵੀਆਂ ਪੋਸਟਾਂ ਬਹੁਤ ਹੁੰਦੀਆਂ, ਪਰ ਵਿੱਚੋਂ ਉਹ ਕੱਖ ਦਾ ਵੀ ਨਹੀਂ ਹੁੰਦਾ। ਇਹੋ ਜਿਹੇ ਲੋਕ ਜੇ ਮੂਹਰੇ ਹੋ ਜਾਣਗੇ ਤਾਂ ਫਿਰ ਸਾਡੀ ਕੌਮ ਆ ਜਿਹੜੀ ਉਹ ਘਾਟੇ ਦੇ ਵਿੱਚ ਜਾਵੇਗੀ। ਗੁਰਮੁਖ ਆਦਮੀ ਮੂਹਰੇ ਹੋਣਗੇ, ਗੁਰਬਾਣੀ ਦੀ ਸਿੱਖਿਆ ਪ੍ਰਾਪਤ ਹੋਵੇਗੀ, ਤਾਂ ਸਾਡੇ ਜਿਹੜੇ ਸਿੱਖਿਆਰਥੀ ਆ ਸਿੱਖ, ਉਹ ਅੱਗੇ ਹੋ ਜਾਣਗੇ, ਉੱਚੇ ਹੋ ਜਾਣਗੇ। ਇਸ ਕਰਕੇ ਮਹਾਰਾਜ ਸਮਝਾ ਰਹੇ ਹਨ, ਭਾਈ ਹਉਮੈ ਨੂੰ ਛੱਡਣਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕ ਠਾਏ। ਤੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਤ ਮਿੱਠਾ ਬੋਲਣਾ ਹੀ ਚੰਗਾ, ਇਹੀ ਤਤ ਭਾਵ ਹੈ ਚੰਗਿਆਈਆਂ ਦਾ। ਭਾਵ ਆਪਣੇ ਔਗਣਾ ਨੂੰ, ਆਪਣੀ ਹਉਮੈ ਨੂੰ, ਆਪਣੀ ਆਕੜ ਨੂੰ ਸਿੰਮਲ ਰੁੱਖ ਵਾਂਗੂ ਜਿਹੜੀ ਲਈ ਫਿਰਦਾ, ਉਹਨੂੰ ਕੱਢ ਭਾਈ, ਖਤਮ ਕਰ, ਤੇ ਨਿਮਰਤਾ ਦੇ ਵਿੱਚ ਆ, ਗੁਰੂ ਦੇ ਅੱਗੇ ਆ ਕੇ ਢਹਿ ਪੈ। ਸਭ ਕੋ ਨਿਭੈ ਆਪ ਕੋ, ਪਰ ਕੋ ਨਿਭੈ ਨ ਕੋਏ। ਹੁਣ ਇੱਕ ਢਹਿ ਪੈਣਾ ਹੈਗਾ ਸਰੀਰ ਦਾ, ਇੱਕ ਢਹਿ ਪੈਣਾ ਹੈਗਾ ਮਨ ਦਾ। ਗੁਰਮੁਖ ਪਿਆਰਿਓ, ਸਰੀਰ ਤਾਂ ਜਿੰਨੇ ਮਰਜ਼ੀ ਮੱਥੇ ਟੇਕੀ ਜਾਵੇ, ਸਤਿਗੁਰਾਂ ਨੇ ਸਮਝਾਇਆ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਜਿੰਨਾ ਚਿਰ ਗੁਰਬਾਣੀ ਦਾ ਪਤਾ ਹੀ ਨਹੀਂ ਲੱਗਣਾ, ਜੇ ਸਾਨੂੰ ਇਹ ਵਿਚਾਰ ਨਹੀਂ ਕਰਦੇ ਕਿ ਗੁਰਬਾਣੀ ਕੀ ਸਮਝਾ ਰਹੀ ਹੈ, ਉਨਾ ਚਿਰ ਕੱਲਾ ਨਿਵਣ ਦਾ ਵੀ ਕੋਈ ਫਾਇਦਾ ਨਹੀਂ। ਸਭ ਕੋ ਨਿਵੈ ਆਪ ਕੋ,
ਇਹ ਜਿਹੜੇ ਨਿਭਦੇ ਆ, ਜਿਹੜੇ ਮਿੰਨਤਾਂ ਜੀਆਂ ਕਰਦੇ ਫਿਰਦੇ ਆ, ਜਿਵੇਂ ਅੱਜ ਕੱਲ੍ਹ ਲੀਡਰਾਂ ਨੂੰ ਕੀ ਚਾਹੀਦੀਆਂ ਵੋਟਾਂ, ਉਦੋਂ ਇਹ ਬੜਾ ਨਿਭਦੇ ਆ। ਧਰਮੀ ਪੁਰਖਾਂ ਨੂੰ ਜਦ ਕੋਈ ਪੋਸਟ ਚਾਹੀਦੀ ਹੋਊਗੀ, ਜਦ ਕੋਈ ਡਿਗਰੀ, ਜਦ ਕੋਈ ਉੱਚੀ ਪਦਵੀ ਚਾਹੀਦੀ ਹੋਊਗੀ, ਬੜੀਆਂ ਲੇਲੜੀਆਂ ਕੱਢਣਗੇ, ਬੜੀਆਂ ਮਿਹਨਤਾਂ ਕਰਦੇ ਆ। ਪਰ ਜਦੋਂ ਬੈਠ ਕੇ ਜਿਵੇਂ ਲੀਡਰ ਬਹਿ ਗਏ, ਉਵੇਂ ਨਕਲੀ ਧਰਮੀ ਬਹਿ ਕੇ ਮਗਰੋਂ ਲੱਤਾਂ ਹੀ ਮਾਰਦੇ ਆ ਲੋਕਾਂ ਦੇ। ਭਾਈ ਸਭ ਕੋ ਨਿਭੈ ਆਪ ਕੋ, ਆਪਣੇ ਫਾਇਦੇ ਦੀ ਖਾਤਰ ਸਾਰੇ ਨਿਭ ਰਹੇ ਆ। ਪਰ ਕੋ ਨਿਭੈ ਨਾ ਕੋਏ, ਪਰ ਪਰਾਏ ਦਾ ਕਿਤੇ ਭਲਾ ਹੋ ਜਾਵੇ, ਕਿਤੇ ਦੂਜਿਆਂ ਦਾ ਵੀ ਭਲਾ ਹੋ ਜਾਵੇ, ਕਿਤੇ ਦੂਜੇ ਸਿੱਖਾਂ ਨੂੰ ਵੀ ਮਾੜੀ ਮੋਟੀ ਅਕਲ ਮੱਤ ਆ ਜਾਵੇ, ਇਸ ਤਰ੍ਹਾਂ ਕੋਈ ਨਹੀਂ ਨਿਭਦਾ। ਭਾਈ ਆਪਣੀ ਖਾਤਰ ਹੀ ਸਾਰੇ ਨਿਭ ਰਹੇ ਹਨ। ਧਰਤ ਰਾਜੂ ਤੋਲੀਐ ਨਿਭੈ ਸੋ ਗੌਰਾ ਹੋਏ। ਅਗਰ ਤੱਕੜੀ ਦੇ ਵਿੱਚ ਪਾ ਕੇ ਤੋਲਿਆ ਜਾਵੇ ਤਾਂ ਜਿਹੜਾ ਪਾਸਾ ਥੱਲੇ ਚਲਿਆ ਜਾਂਦਾ, ਨਿਭੈ ਸੋ ਗੌਰਾ ਹੋਏ, ਉਹ ਭਾਰਾ ਹੁੰਦਾ। ਭਾਈ ਭਾਰਾ ਪਾਸਾ ਹਮੇਸ਼ਾ ਥੱਲੇ ਜਾਂਦਾ, ਨੀਵਾਂ ਹੁੰਦਾ। ਜਿਹੜੀ ਫੋਕ ਹੁੰਦੀ ਆ ਉੱਪਰ ਚਲੀ ਜਾਂਦੀ ਆ। ਜਿਹੜੇ ਚੱਕਵੀਆਂ ਗੱਲਾਂ ਕਰਦੇ ਆ, ਫੁਰ ਕਰਦੇ ਆ, ਹੜ ਕਰਦੇ ਆ, ਉਹ ਉੱਤੋਂ ਹੀ ਆ। ਭਾਈ ਜਿਹੜੇ ਅਸਲੀ ਆ ਉਹ ਤਾਂ ਗੰਭੀਰ ਹੋ ਜਾਂਦੇ ਆ, ਉਹ ਤਾਂ ਨਿਮਰਤਾ ਵਾਲੇ ਹੋ ਜਾਂਦੇ ਆ, ਉਹ ਤਾਂ ਨੀਵੇਂ ਹੋ ਜਾਂਦੇ ਹਨ ਜੀ। ਅਪਰਾਧੀ ਦੂਣਾ ਨਿਭੈ ਜੋ ਹੰਤਾ ਮਿਰਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ, ਹਉਮੈ ਤੋਂ ਸਾਨੂੰ ਬਚਾ ਰਹੇ ਹਨ। ਤੇ ਨਿਮਰਤਾ ਵੀ ਇੰਨੀ ਹੋਈ ਨਾ ਹੋਵੇ ਵੀ ਹਰੇਕ ਦੇ ਮੂਹਰੇ ਅਸੀਂ ਹੱਥ ਜੋੜ ਦਈਏ, ਨਹੀਂ। ਆਪਣਾ ਆਤਮ ਵਿਸ਼ਵਾਸ ਵੀ ਚਾਹੀਦਾ, ਸੈਲਫ ਕੌਨਫੀਡੈਂਸ ਵੀ ਚਾਹੀਦਾ ਆਪਣੇ ਅੰਦਰ। ਇੰਨਾ ਮਨਾ ਨੀਵਾਂ ਹੋ ਜੇ, ਜਿਵੇਂ ਆਪਣਾ ਬੁਖਾਰ ਨਹੀਂ ਹੁੰਦਾ, ਕਹਿੰਦੇ ਆਪਣੇ ਅੰਦਰ ਹੀਟ ਆ 96 ਪੁਆਇੰਟ ਕਿੰਨੀ ਹੁੰਦੀ ਆ, ਜਿੰਨੀ ਵੀ ਹੁੰਦੀ ਆ, ਚਲੋ ਉਦੋਂ ਥੱਲੇ ਗਿਆ ਵੀ ਮਾੜਾ ਤੇ ਉਦੋਂ ਉੱਪਰ ਗਿਆ ਵੀ ਮਾੜਾ। ਇਸੇ ਤਰ੍ਹਾਂ ਬਾਹਲਾ ਥੱਲੇ ਗਿਆ ਵੀ ਮਾੜਾ ਤੇ ਬਾਹਲਾ ਉੱਪਰ ਗਿਆ ਵੀ ਮਾੜਾ। ਅਪਰਾਧੀ ਆ ਜਿਹੜਾ, ਇਹ ਦੂਣਾ ਨਿਭਦਾ। ਮਹਾਰਾਜ ਕਹਿੰਦੇ ਜੇ ਕੱਲਾ ਸਰੀਰ ਨਿਭਣ ਦੀ ਗੱਲ ਕਰੋਗੇ ਨਾ, ਇਹ ਤਾਂ ਬਹੁਤ ਜ਼ਿਆਦਾ ਮੱਥੇ ਟੇਕਦੇ ਆ ਲੋਕ। ਜਿਹੜੇ ਨਕਲੀ ਧਰਮੀ ਆ ਨਾ, ਜਿਹੜੇ ਪਾਪੀ ਆ ਜਾਂ ਜਿਹੜੇ ਦੋਖੀ ਆ ਜਾਂ ਜਿਹੜੇ ਹਉਮੈ ਵਾਲੇ ਆ, ਹੰਕਾਰੀ ਆ, ਤਾਂ ਦੂਣਾ ਨਿਭਦੇ ਆ। ਭਾਈ ਅਪਰਾਧੀ ਦੂਣਾ ਨਿਭੈ ਜੋ ਹੰਤਾ ਮਿਰਗਾ। ਹੁਣ ਐਸੇ ਨਿਭਣ ਨੂੰ ਕੀ ਕਰੋਗੇ ਭਾਈ, ਜਿਹੜਾ ਆਪਣੇ ਮਤਲਬ ਦੀ ਖਾਤਰ ਨਿਭ ਰਿਹਾ। ਹੁਣ ਜਿਵੇਂ ਸ਼ਿਕਾਰੀ ਆ, ਉਹਨੇ ਮਿਰਗ ਮਾਰਨਾ ਹੋਵੇ, ਉਹ ਤਾਂ ਕੂਣੀਆਂ ਪਰਨੇ ਚੱਲਦਾ, ਉਹ ਤਾਂ ਗੋਡਿਆਂ ਪਰਨੇ ਚੱਲਦਾ। ਕਿੱਥੇ ਤੱਕ, ਕਿਉਂ, ਮਕਸਦ ਉਹਦਾ ਕੀ ਆ ਨਿਭਣ ਦਾ? ਅਗਰ ਉਹਨੂੰ ਕਹੀਏ ਵੀ ਇਹ ਨਿਮ ਗਿਆ, ਇਹ ਨੀਵਾਂ ਹੋਇਆ ਫਿਰਦਾ, ਉਹਦਾ ਮਕਸਦ ਕੀ ਆ? ਮਕਸਦ ਤਾਂ ਹਿਰਨ ਮਾਰਨਾ। ਇਸੇ ਤਰ੍ਹਾਂ ਜੇ ਨਕਲੀ ਧਰਮੀ ਨੀਵਾਂ ਹੋਇਆ ਫਿਰਦਾ, ਪੈਰ ਫੜਦਾ ਫਿਰਦਾ, ਉਹਦਾ ਮਕਸਦ ਕੀ ਆ? ਲੋਕਾਂ ਨੂੰ ਲੁੱਟਣਾ, ਗੋਲਕਾਂ ਨੂੰ ਲੁੱਟਣਾ। ਇਹ ਅਸੀਂ ਬਚਣਾ ਭਾਈ, ਐਸੇ ਨੀਵੇਂ ਹੋਣ ਤੋਂ ਵੀ ਬਚਣਾ ਤੇ ਉੱਚੇ ਹੋਣ ਤੋਂ ਵੀ ਬਚਣਾ। ਇਹ ਸਾਰੀ ਸਿੱਖਿਆ ਗੁਰੂ ਦੇ ਨਾਲ ਜੁੜਨਾ ਪਵੇਗਾ, ਗੁਰਬਾਣੀ ਨਾਲ ਜੁੜਨਾ ਪਵੇਗਾ, ਤਾਂ ਸਾਨੂੰ ਇਹ ਗੱਲਾਂ ਦਾ ਪਤਾ ਲੱਗੇਗਾ। ਨਹੀਂ ਤਾਂ ਅਪਰਾਧੀ ਦੂਣਾ ਨਿਭੈ। ਅਪਰਾਧੀ ਆ ਜਿਹੜਾ ਆਮ ਨਾਲੋਂ ਜ਼ਿਆਦਾ ਨਿਭਦਾ, ਕਈ ਵਾਰੀ ਲੰਮਾ ਹੀ ਪੈ ਜਾਂਦਾ ਇਸ ਤਰ੍ਹਾਂ, ਜੋ ਹੰਤਾ ਮਿਰਗਾਹ। ਪਰ ਗੱਲ ਕੀ ਆ, ਮਕਸਦ ਕੀ ਆ? ਧਰਮੀ ਬਣਨ ਦਾ ਮਕਸਦ ਕੀ ਹੈ? ਹੁਣ ਇੱਕ ਬੰਦਾ ਧਰਮੀ ਬਣਿਆ, ਧਰਮ ਦੇ ਕੱਪੜੇ ਪਾਏ ਆ, ਉਹ ਚੋਗਾ ਪਾਈ ਜਾਂਦਾ, ਜਾਨਵਰ ਖਾਈ ਜਾਂਦੇ ਆ ਤੇ ਉੱਡੀ ਜਾਂਦੇ ਆ, ਵਧੀਆ ਗੱਲ ਆ। ਇੱਕ ਹੋਰ ਮਗਰ ਆਇਆ, ਉਹ ਵੀ ਉਸੇ ਤਰ੍ਹਾਂ ਦੇ ਕੱਪੜੇ ਪਾਏ ਆ, ਉਸੇ ਤਰ੍ਹਾਂ ਦਾ ਚੋਗਾ ਪਾ ਰਿਹਾ, ਪਰ ਉਹਦੇ ਮਗਰ ਇੱਕ ਜਾਲ ਵਾਲਾ ਆ ਰਿਹਾ। ਉਹ ਜਿਹੜੇ ਪੰਛੀਆਂ ਨੂੰ ਚੋਗਾ ਪਾਉਂਦਾ, ਉਹ ਜਾਲ ਦੇ ਵਿੱਚ ਮਗਰ ਪਕੜੀ ਆਉਂਦਾ। ਇੰਨਾ ਕੁ ਫਰਕ ਆ ਨਕਲੀ ਧਰਮੀ ਦਾ ਤੇ ਅਸਲੀ ਧਰਮੀ ਦਾ। ਅਸਲੀ ਧਰਮੀ ਆ ਜਿਹੜਾ ਲੋਕਾਂ ਨੂੰ ਕਰਮ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਛੁਡਾ ਦਿੰਦਾ। ਨਕਲੀ ਧਰਮੀ ਆ ਜਿਹੜਾ ਇਹਨਾਂ ਦੇ ਵਿੱਚ ਫਸਾ ਦਿੰਦਾ ਹੈ। ਭਾਈ ਇਹ ਵੀ ਖਿਆਲ ਰੱਖਣਾ, ਮਹਾਰਾਜ ਸਮਝਾ ਰਹੇ ਹਨ। ਅਪਰਾਧੀ ਬੜਾ ਨਿਭਦੇ ਆ, ਅਪਰਾਧੀ ਦੂਣਾ ਨਿਭੈ, ਆਮ ਨਾਲੋਂ ਜ਼ਿਆਦਾ ਪਖੰਡ ਕਰਦੇ ਆ। ਜੋ ਹੰਤਾ ਮਿਰਗਾਹ, ਮਤਲਬ ਕੀ ਹੈ? ਉਹਨੇ ਮਾਰਨਾ ਮਿਰਗਾ। ਸੀਸ ਨਭਾਇਆ ਕਿਆ ਥੀਐ ਜਾ ਹਿਰਦੈ ਕਸੁੱਧੇ ਜਾਹੇ। ਕੱਲਾ ਉੱਤੋਂ ਸੀਸ ਨਵਾਉਣ ਦਾ ਕੀ ਫਾਇਦਾ ਭਾਈ? ਕਿਆ ਫਾਇਦਾ? ਜਾਂ ਹਿਰਦੇ ਕਸੁੱਧੇ ਜਾਹੇ, ਜੇ ਹਿਰਦੇ ਦੇ ਵਿੱਚ ਹੀ ਬੁਰਾਈਆਂ, ਹਿਰਦਾ ਹੀ ਖੋਟਾ, ਅੰਦਰੋਂ ਵਿਚਾਰ ਹੀ ਖੋਟੇ ਆ, ਤੇ ਫਿਰ ਨਿਭਣ ਦਾ ਕੀ ਫਾਇਦਾ ਭਾਈ? ਹੁਣ ਅਸੀਂ ਹਿੰਦੂ ਵੀਰਾਂ ਨੂੰ ਨਹੀਂ ਕਹਿ ਸਕਦੇ, ਮੁਸਲਮਾਨ ਵੀਰਾਂ ਨੂੰ ਨਹੀਂ ਕਹਿ ਸਕਦੇ, ਚਲੋ ਉਹਨਾਂ ਦਾ ਆਪਣਾ। ਅਸੀਂ ਸਿੱਖਾਂ ਨੂੰ ਕਹਿ ਸਕਦੇ ਹਾਂ ਭਾਈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਿਭਣ ਦਾ ਕੀ ਫਾਇਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੀ ਨਹੀਂ ਸੁਣਨੀ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਹੀ ਨਹੀਂ ਕਰਨੀ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਫੈਲਾਉਣੀ ਨਹੀਂ ਅੱਗੇ, ਤੇ ਆਪਣੇ ਆਪ ਤੇ ਟਿਕਾਉਣੀ ਨਹੀਂ, ਗੁਣਾਂ ਵਾਲਾ ਬਣਨਾ ਨਹੀਂ, ਤੇ ਫਿਰ ਹਿਰਦੇ 'ਚ ਤਾਂ ਕੁਸੁੱਧਾ, ਹਿਰਦੇ ਦੇ ਵਿੱਚ ਤਾਂ ਮਾਇਆ ਕਮਾਉਣ ਦਾ ਲਾਲਚ, ਗੁਰਬਾਣੀ ਦੇ ਪ੍ਰਚਾਰ ਨੂੰ ਛੱਡ ਕੇ
ਆਪਣਾ ਲਾਲਚਾ ਹਿਰਦੇ ਦੇ ਵਿੱਚ ਖੋਟ ਆ ਤੇ ਇਹੋ ਜਿਹੇ ਸਿਰ ਨਿਭਾਉਣ ਦਾ ਵੀ ਕੀ ਫਾਇਦਾ ਜੀ, ਭਾਵ ਕੋਈ ਫਾਇਦਾ ਨਹੀਂ। ਮਹੱਲਾ ਪਹਿਲਾ। ਅਗਲੇ ਸ਼ਲੋਕ ਦੀ ਬਖਸ਼ਿਸ਼ ਕਰ ਰਹੇ ਹਨ ਗੁਰੂ ਬਾਬਾ ਜੀ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਪੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਏ ਧੋਤੀ ਬਸਤਰ ਕਪਾਟੰ, ਜੈ ਜਾਣ ਸਬ੍ਰਹਮੰ ਕਰਮੰ, ਸਭ ਫੋਕਟ ਨਿਹਚੋ ਕਰਮੰ, ਕਹੋ ਨਾਨਕ ਨਿਹਚੋ ਧਿਆਵੈ, ਬਿਨ ਸਤਿਗੁਰ ਬਾਟ ਨ ਪਾਵੈ, ਬਿਨ ਸਤਿਗੁਰ ਬਾਟ ਨ ਪਾਵੈ। ਪੜ੍ਹ ਪੁਸਤਕ ਸੰਧਿਆ ਬਾਦਨ। ਹੇ ਭਾਈ, ਉਹ ਨਕਲੀ ਮੁਖੀ, ਉਹ ਨਕਲੀ ਧਰਮੀ, ਉਹ ਲੋਕਾਂ ਦੇ ਵਿੱਚ ਪੁਆੜੇ ਪਾਉਣ ਵਾਲਿਆ, ਉਹ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੁੱਟਣ ਵਾਲਿਆ, ਤੂੰ ਕਰਦਾ ਤਾਂ ਬਹੁਤ ਕੁਝ ਆ। ਮਹਾਰਾਜ ਕਹਿੰਦੇ ਹੁਣ ਆਹ ਗੱਲਾਂ, ਆਹ ਬਾਣੀ ਨਕਲੀਆਂ ਨੂੰ ਕਿੱਥੇ ਚੰਗੀ ਲੱਗੂਗੀ। ਇਸ ਕਰਕੇ ਇਹ ਵਿਚਾਰ ਸੁਣਨ ਨੂੰ ਬਹੁਤ ਘੱਟ ਮਿਲ ਰਹੀ ਹੈ। ਪੜ੍ਹ ਪੁਸਤਕ, ਤੂੰ ਪੁਸਤਕਾਂ ਪੜ੍ਹਦਾ ਬਹੁਤ ਆ। ਸੰਧਿਆ ਬਾਦੰ, ਤੇ ਸੰਧਿਆ ਬਾਦੰ ਵੀ ਕਰਦਾ। ਸੰਧਿਆ ਕੀ ਹੁੰਦਾ? ਦੋ ਵੇਲਿਆਂ ਨੇ ਜੁੜਨਾ, ਜਿਵੇਂ ਸਵੇਰ ਰਾਤ, ਜਿਵੇਂ ਹੁਣ ਮੰਨ ਲਓ ਦਿਨ ਆ, ਦਿਨ ਤੋਂ ਦਿਨ ਛਿਪ ਰਿਹਾ ਤੇ ਰਾਤ ਸ਼ੁਰੂ ਹੋ ਰਹੀ ਹੈ, ਦਿਨ ਖਤਮ ਹੋ ਰਿਹਾ, ਰਾਤ ਦੀ ਡਿਊਟੀ ਹੈ ਜਿਹੜੀ ਉਹ ਸ਼ੁਰੂ ਹੋ ਰਹੀ ਹੈ। ਉਹ ਸੰਧਿਆ ਦਾ ਵੇਲਾ, ਸੰਧੀ ਹੋ ਰਹੀ ਹੈ ਦਿਨ ਤੇ ਰਾਤ ਦੀ, ਉਹ ਸਮਾਂ ਸੰਧਿਆ ਦਾ ਹੁੰਦਾ। ਇਵੇਂ ਹੀ ਸਵੇਰ ਵੇਲੇ, ਅੰਮ੍ਰਿਤ ਵੇਲੇ, ਜਦੋਂ ਰਾਤ ਖਤਮ ਹੁੰਦੀ ਹੈ ਦਿਨ ਚੜ੍ਹਦਾ ਹੁੰਦਾ। ਇਹ ਵੀ ਦੋ ਪੂਰੇ ਪੱਕੇ ਟਾਈਮ ਦੇ ਕਰਦਾ, ਸਵੇਰੇ ਸ਼ਾਮ ਪੁਸਤਕਾਂ ਵੀ ਪੜ੍ਹਦਾ ਤੇ ਸਵੇਰੇ ਸ਼ਾਮ ਦਾ ਕਿਰਿਆ ਕਰਮ ਵੀ ਪੂਰਾ ਕਰਦਾ। ਸੰਧਿਆ ਵੀ ਕਹਿੰਦਾ ਵੀ ਬਸ ਹੁਣ ਸੰਧਿਆ ਹੋ ਗਈ, ਹੁਣ ਮੈਂ ਜਾਣਾ ਆਪਦਾ ਪਾਠ ਪੂਜਾ ਕਰਨਾ, ਇਹ ਵੀ ਕਰਦਾ ਤੂੰ। ਬਾਦੰ, ਪਰ ਤੇਰੇ ਅੰਦਰੋਂ ਬਾਦ ਵਿਵਾਦ ਤਾਂ ਮੁੱਕਿਆ ਹੀ ਨਹੀਂ। ਤੂੰ ਇੱਕੋ ਜਿਹੇ ਤਾਂ ਸਾਰਿਆਂ ਨੂੰ ਸਮਝਿਆ ਹੀ ਨਹੀਂ। ਤੂੰ ਆਪ ਨੂੰ ਵੱਡਾ ਬਣਿਆ ਬੈਠਾ, ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ, ਸ਼ੂਦਰਾਂ ਨੂੰ ਕੀ ਸਮਝਦਾ। ਇਸ ਤਰ੍ਹਾਂ ਦਾ ਤੂੰ ਆਪਣਾ ਜੁਗਾੜ ਬਣਾਈ ਬੈਠਾ। ਕਰੀ ਬਹੁਤ ਕੁਝ ਜਾਨਾ, ਪਰ ਉੱਤੋਂ ਹੀ ਹੈ। ਸਿਲ ਪੂਜਸ ਬਗਲ ਸਮਾਦੰ, ਸਿਲ ਪੂਜਦਾ ਤੇ ਪੱਥਰ ਦੀ ਪੂਜਾ ਕਰਦਾ, ਤੇ ਪੂਜਾ ਕਰਦਾ ਬਗਲੇ ਵਾਂਗੂ ਸਮਾਧੀ ਵੀ ਲਾ ਕੇ ਬਹਿਨਾ। ਪੁਸਤਕ ਵੀ ਪੜ੍ਹਦਾ, ਸੰਧਿਆ ਵੀ ਕਰਦਾ, ਸਿਲ ਪੂਜਸ ਵੀ ਕਰਦਾ, ਤੇ ਬਗਲੇ ਵਾਂਗੂ ਸਮਾਧੀ ਵੀ ਹੈ ਤੇਰੀ। ਸਮਾਧੀ ਕਿਹੜੀ ਹੈ? ਬਗਲੇ ਵਾਲੀ। ਬਗਲਾ ਕਿਵੇਂ ਲਾਉਂਦਾ? ਇੱਕ ਲੱਤ 'ਤੇ ਹੋ ਕੇ ਖੜ ਜਾਂਦਾ, ਐਨ ਦੇਖਣ ਵਾਲੇ ਨੂੰ ਐਂ ਲੱਗਦਾ ਵੀ ਸਮਾਧੀ 'ਚ ਆ, ਪਰ ਜਦੋਂ ਹੀ ਡੱਡ ਆਉਂਦੀ ਹੈ ਮਿੰਟ ਲਾਉਂਦਾ ਪਕੜ ਕੇ, ਫੇਰ ਉਵੇਂ ਹੀ ਖੜ ਜਾਂਦਾ। ਕਈ ਬੰਦੇ ਵੀ ਇਸ ਤਰ੍ਹਾਂ ਦੇ ਧਰਮੀ ਆ ਭਾਈ, ਨਕਲੀ ਧਰਮੀ। ਮਹਾਰਾਜ ਜੀ ਸਮਝਾ ਰਹੇ ਹਨ, ਉਹਨਾਂ ਤੋਂ ਬਚਣਾ ਅਸੀਂ, ਬਗਲੇ ਦੀ ਸਮਾਧ ਵਾਲਿਆਂ ਤੋਂ ਬਚਣਾ। ਮੁੱਖ ਝੂਠ ਬਭੂਖਣ ਸਾਰੰ, ਮੁੱਖੋਂ ਤੋਂ ਬੋਲਦਾ ਝੂਠ, ਸਾਰਾ ਤੇਰਾ ਝੂਠ ਆ। ਗੱਲ ਤੂੰ ਕਿਸੇ ਨੂੰ ਕਰਨ ਨਹੀਂ ਦਿੰਦਾ, ਆਪਣੇ ਬਾਡੀਗਾਰਡ ਰੱਖੇ ਹੋਏ ਆ। ਜਿਵੇਂ ਪਹਿਲਾਂ ਪੰਡਤ ਨਹੀਂ ਕਹਿੰਦਾ ਸੀ, ਕਹਿੰਦਾ ਮੈਂ ਬ੍ਰਾਹਮਣ ਆ, ਮੈਨੂੰ ਤਾਂ ਕੁਝ ਕਰਨ ਦੀ ਲੋੜ ਹੀ ਨਹੀਂ, ਮੈਂ ਤਾਂ ਗਲਤ ਹੋ ਹੀ ਨਹੀਂ ਸਕਦਾ, ਮੇਰੀਆਂ ਤਾਂ ਗਲਤੀਆਂ ਵੀ ਮਾਫ ਆ। ਦੂਜੇ ਨੰਬਰ 'ਤੇ ਰੱਖੇ ਸੀ ਕਸ਼ੱਤਰੀ। ਉਹ ਕੀ ਸੀ? ਬਾਡੀਗਾਰਡ। ਕਸ਼ੱਤਰੀ ਜਿਹੜੇ ਲੜਨ ਵਾਲੇ ਸੀ। ਇਹ ਦੋ ਤਬਕੇ ਹੋ ਗਏ। ਦੋ ਤਬਕਿਆਂ ਨੂੰ ਫਿਰ ਖਵਾਉਣ ਵਾਲਾ ਵੀ ਕੋਈ ਚਾਹੀਦਾ ਸੀ, ਵੈਸ਼ ਪੈਦਾ ਕੀਤੇ। ਤੇ ਫਿਰ ਵੈਸ਼ ਪੈਦਾ ਕਰਨ ਵਾਲੇ, ਇਹਨਾਂ ਦੀ ਸਾਰਿਆਂ ਦੀ ਸੇਵਾ ਵਾਸਤੇ ਵੀ ਕੋਈ ਚਾਹੀਦਾ ਸੀ। ਫਿਰ ਇਹਨਾਂ ਨੇ ਸ਼ੂਦਰ ਪੈਦਾ ਕੀਤੇ। ਮਹਾਰਾਜ ਸਮਝਾ ਰਹੇ ਹਨ ਇਸ ਤਰ੍ਹਾਂ ਬ੍ਰਾਹਮਣ, ਕਸ਼ੱਤਰੀ, ਵੈਸ਼ ਤੇ ਸ਼ੂਦਰ, ਇਹ ਪਹਿਲਾਂ ਦੇ ਸਮੇਂ ਨਹੀਂ, ਵਿਚਾਰ ਅੱਜ ਹੋ ਰਹੀ ਹੈ। ਬਸ ਆਹ ਗੱਲ ਨੂੰ ਸਮਝਣਾ। ਅਸੀਂ ਕਿਸੇ ਹਿੰਦੂ ਵੀਰ ਨੂੰ ਨਹੀਂ ਕਹਿਣਾ, ਅਸੀਂ ਕਿਸੇ ਮੁਸਲਮਾਨ ਵੀਰ ਨੂੰ ਨਹੀਂ ਕਹਿਣਾ, ਉਹ ਖੁਦ ਜ਼ਿੰਮੇਵਾਰ ਆ, ਅਸੀਂ ਆਪਣੇ ਆਪ ਜ਼ਿੰਮੇਵਾਰ ਹਾਂ। ਸਾਨੂੰ ਹੁਣ ਕੀ ਸਿੱਖਿਆ ਮਿਲ ਰਹੀ ਹੈ, ਸਾਡੇ ਨਾਲ ਕੀ ਹੋ ਰਿਹਾ, ਸਾਡੇ ਨਾਲ ਵੀ ਇਹ ਚਾਰੇ ਹੀ ਹੋ ਰਹੇ ਆ। ਜਿਵੇਂ ਕੋਈ ਵੱਡਾ ਬਹਾਤਾ, ਮੰਨ ਲਓ ਪਦਵੀ 'ਤੇ ਬਹਾਤਾ, ਜਿਹਨੂੰ ਸੰਤ ਮਹੰਤ ਕਹਿਤਾ, 10 ਬੰਦਿਆਂ ਨੇ ਇਕੱਠੇ ਹੋ ਕੇ ਬਹਾਤਾ, ਉਹ ਤਾਂ ਬਣ ਗਿਆ ਬ੍ਰਾਹਮਣ। ਉਹ ਬ੍ਰਾਹਮਣ ਦੀ ਅਵਸਥਾ ਦੇ ਵਿੱਚ ਉਹ ਗਲਤੀ ਵੀ ਕਰੇ, ਉਹ ਤੋਂ ਹਿਸਾਬ ਕਿਤਾਬ ਨਹੀਂ ਕੋਈ ਪੁੱਛ ਸਕਦਾ, ਕੋਈ ਗੱਲ ਨਹੀਂ ਕਰ ਸਕਦਾ, ਉਹ ਤਾਂ ਉੱਚਾ ਜੀ, ਉਹ ਤਾਂ ਵੱਡਾ। ਉਸ ਤੋਂ ਬਾਅਦ ਹੋ ਗਏ ਉਹਦੇ ਬਾਡੀਗਾਰਡ ਪੈਦਾ। ਜੇ ਕੋਈ ਉਹਨੂੰ ਗੱਲ ਕਰਦਾ, ਜੇ ਉਹਨੂੰ ਕੋਈ ਗੱਲਬਾਤ ਪੁੱਛਦਾ ਧਰਮ ਦੇ ਬਾਰੇ, ਤਾਂ ਬਾਡੀਗਾਰਡ ਇਕੱਠੇ ਹੋ ਜਾਂਦੇ ਆ, ਉਹਨਾਂ ਨੂੰ ਉਹ ਪੈਸਾ ਧੇਲਾ ਕਮਾਉਂਦਾ। ਅੱਜ ਦੇ ਬਾਡੀਗਾਰਡ ਵੀ ਇਸੇ ਤਰ੍ਹਾਂ ਅੱਜ ਦੀ ਤਰੀਕ 'ਚ। ਤੀਜੇ ਹੈਗੇ ਆ ਵੈਸ਼। ਵੈਸ਼ ਦਿੰਦੇ ਆ ਉਹਨਾਂ ਨੂੰ ਕਮਾਈ ਕਰਕੇ। ਵੈਸ਼ ਹੋ ਗਏ ਸਾਡੇ ਵਰਗੇ ਕਥਾਵਾਚਕ ਤੇ ਕੀਰਤਨੀਏ। ਉਹ ਫਿਰ ਬਾਬਾ ਜੀ ਗੁਰੂ ਦੀ ਗੱਲ ਨਹੀਂ ਕਰਦੇ,
ਜੀ ਤੋਂ ਪੈਸੇ ਲੈਣੇ ਆ, ਕਿਉਂਕਿ ਪਤਾ ਜੇ ਗੁਰੂ ਦੀ ਗੱਲ ਕੀਤੀ ਸਾਨੂੰ ਹਟਾ ਦੂਗਾ। ਪੈਸੇ ਖਾਤਰ ਸਾਰਾ ਕੁਝ ਉਹਦੀ ਕਮਾਈ ਉਹਨੂੰ ਬੱਲੇ ਬੱਲੇ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਪ੍ਰਮੋਟ ਕਰਨਾ, ਇਹ ਸਾਡਾ ਕਥਾ ਤੇ ਕੀਰਤਨੀਆਂ ਦਾ ਕੰਮ ਆ, ਸਾਰਿਆਂ ਦਾ ਨਹੀਂ, ਬਹੁਤ ਬਹੁਤਾਤ ਦੇ ਵਿੱਚ ਇਹ ਸਾਡੇ ਨਾਲ ਹੋ ਰਹੀ ਹੈ। ਤੇ ਸ਼ੂਦਰ ਕੌਣ ਹੋ ਗਏ? ਜਿਹੜੇ ਆਮ ਲੋਕ ਆ। ਆਮ ਲੋਕ ਇਸ ਤਰ੍ਹਾਂ ਤਿੰਨ ਤਬਕੇ ਰਲ ਕੇ ਲੁੱਟੀ ਜਾ ਰਹੇ ਹਨ। ਮਹਾਰਾਜ ਇੱਥੇ ਸਮਝਾ ਰਹੇ ਹਨ, ਮੁੱਖੋਂ ਝੂਠ ਬੋਲਦਾ, ਝੂਠ ਵੀ ਬੜੇ ਸ਼ਿੰਗਾਰ ਕੇ ਬੋਲਦਾ, ਮੁੱਖ ਝੂਠ ਵਿਭੂਖਣ ਸਾਰੰਗ। ਕਿਵੇਂ ਗਹਿਣੇ ਬਣਾ ਕੇ, ਵਿਭੂਖਣ ਹੁੰਦੇ ਆ ਗਹਿਣੇ, ਝੂਠ ਨੂੰ ਸ਼ਿੰਗਾਰਦਾ ਤੂੰ ਇੰਨਾ ਨਾ, ਝੂਠ ਬੋਲਣ 'ਚ ਇੰਨਾ ਮਾਹਰ ਆ, ਸੱਚੀ ਗੱਲ ਤੋਂ ਤੂੰ ਚਿੜਦਾ ਤੇ ਝੂਠ ਬੋਲਣ ਦਾ ਮਾਹਰ ਆ, ਇਹਨਾਂ ਦੇ ਉੱਪਰ ਗਹਿਣੇ ਪਾ ਕੇ ਝੂਠ ਬੋਲਦਾ ਕਿਵੇਂ? ਇੱਕ ਉਦਾਹਰਨ ਦੇਣ ਲੱਗਿਆ। ਕੋਈ ਬੰਦਾ ਕਹਿੰਦਾ ਬਈ ਇੱਕ ਵਾਰੀ ਦੀ ਗੱਲ ਆ, ਪੰਛੀ ਉੱਡੇ ਜਾਂਦੇ ਸੀ। ਜਦੋਂ ਪੰਛੀ ਉੱਡੇ ਜਾਂਦੇ ਸੀ ਤਾਂ ਸਾਡੇ ਜਿਹੜੇ ਮਹਾਂਪੁਰਖ ਆ, ਸਾਡੇ ਵੱਡੇ ਜਿਹੜੇ ਗਿਆਨੀ ਆ, ਜਿਹੜੇ ਗਿਆਨੀ ਧਿਆਨੀ ਆ, ਸਾਡੇ ਬਾਬਾ ਜੀ ਆ, ਉਹਨਾਂ ਨੇ ਜਦੋਂ ਆਏ ਨਿਗਾਹ ਮਾਰੀ ਨਾ, ਨਿਗਾਹ ਮਾਰੀ ਤੇ ਬਸ ਪੰਛੀ ਪੜਾਕ ਦੇਣੇ ਥੱਲੇ ਡਿੱਗ ਪਏ। ਥੱਲੇ ਡਿੱਗਣ ਸਾਰ ਉਹਨਾਂ ਨੂੰ ਅੱਗ ਲੱਗ ਗਈ, ਮੱਚ ਗਏ ਤੇ ਉਹਨਾਂ ਦੀ ਮੁਕਤੀ ਹੋ ਗਈ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ। ਕੋਈ ਬੈਠਾ ਸੀ ਬੰਦਾ ਉੱਥੇ, ਕਹਿੰਦਾ ਯਾਰ ਐਂ ਤਾਂ ਬਾਬਾ ਡਿੱਗ ਹੀ ਨਹੀਂ ਸਕਦੇ। ਕਹਿੰਦਾ ਫਿਰ ਜੁਗਤੀ ਕਾਹਦੀ, ਫਿਰ ਬਾਬੇ ਕਾਹਦੇ? ਡਿੱਗ ਪਏ ਪਤੰਦਰਾ, ਗਰਮੀ ਸੀ, ਗਰਮੀ ਦੇ ਗਹਿਣੇ ਕਿਵੇਂ ਪੈਂਦੇ ਆ? ਕੋਈ ਨੌਜਵਾਨ ਮੁੰਡਾ ਪੜ੍ਹਿਆ ਲਿਖਿਆ ਕਹਿੰਦਾ ਬਾਬਾ ਜੀ ਐਂ ਤਾਂ ਨਿਗਾਹ ਮਾਰੀ ਤੋਂ ਡਿੱਗ ਨਹੀਂ ਸਕਦੇ। ਪਤੰਦਰਾ ਵਿਸ਼ਵਾਸ ਕਰ, ਸ਼ਰਧਾ ਕਰ, ਗਰਮੀ ਸੀ, ਗਰਮੀ ਦਾ ਕਰਕੇ ਡਿੱਗ ਪਏ। ਚਲੋ ਮੰਨ ਲੈਂਦੇ ਆ ਬਾਬਾ ਜੀ ਜੇ ਡਿੱਗ ਪਏ, ਫਿਰ ਡਿੱਗ ਕੇ ਅੱਗ ਨਹੀਂ ਲੱਗਦੀ। ਕਿਉਂ ਨਹੀਂ ਲੱਗਦੀ ਭਾਈ? ਫਿਰ ਗਹਿਣਾ ਪਾਇਆ ਉੱਥੇ, ਹੈ ਝੂਠ ਸੀ ਵੀ ਪੰਛੀ ਡਿੱਗ ਕੇ ਕਦੇ ਅੱਗ ਨਹੀਂ ਲੱਗਦੀ, ਪਰ ਉਹਨੇ ਗਹਿਣਾ ਕਿਵੇਂ ਪਾਇਆ? ਗਹਿਣਾ ਪਾਇਆ ਉਹਨੇ ਉੱਤੋਂ, ਜਦੋਂ ਡਿੱਗੇ ਨਾ ਉਹ ਪੰਛੀਆਂ ਦੇ ਰੋੜ ਚੁਗੇ ਹੋਏ ਸੀ, ਉਹ ਰੋੜ ਪੋਟੇ ਦੇ ਵਿੱਚ ਸੀ। ਉਹ ਉੱਤੋਂ ਜਦੋਂ ਸੜਕ ਤੇ ਕੜਾਕ ਦੇਣੇ ਡਿੱਗੇ, ਉਹ ਰੋੜ ਟਕਰਾ ਗਏ, ਅੰਦਰੋਂ ਅੱਗ ਪੈਦਾ ਹੋ ਗਈ ਤੇ ਮੱਚ ਗਏ। ਪਾਤੇ ਨਾ ਗਹਿਣੇ, ਕੋਈ ਰਿਹਾ ਨਹੀਂ ਨਾ, ਕੋਈ ਸਬੂਤ ਰਹਿਣ ਨਹੀਂ ਦਿੱਤਾ। ਇਸ ਤਰ੍ਹਾਂ ਮਹਾਰਾਜ ਕਹਿੰਦਾ ਤੁਸੀਂ ਲੋਕਾਂ ਨੂੰ ਲੁੱਟ ਰਹੇ ਹੋ ਭਾਈ, ਨਕਲੀ ਮੁਖੀਓ, ਚਾਹੇ ਕਿਸੇ ਵੀ ਧਰਮ ਦੇ ਹੋਣ। ਮੁੱਖ ਝੂਠ ਵਿਭੂਖਣ ਸਾਰੰਗ, ਤੁਸੀਂ ਇਸ ਤਰ੍ਹਾਂ ਗਹਿਣੇ ਪਾ ਕੇ ਝੂਠ ਬੋਲਦੇ ਹੋ। ਤ੍ਰੈਪਾਲ ਤਿਹਾਲ ਵਿਚਾਰੰ, ਤ੍ਰੈਪਾਲ ਤੇ ਤੁਸੀਂ ਗਾਇਤਰੀ ਦਾ 3 ਲੱਤਾਂ ਵਾਲੀ ਦਾ ਪਾਠ ਵੀ ਕਰਦੇ ਹੋ ਤੇ ਹਾਲ 3 ਟਾਈਮ ਇਹ ਵੀ ਕਰਦੇ ਹੋ, ਵਿਚਾਰ ਵੀ ਕਰਦੇ ਹੋ, ਸਾਰਾ ਕੁਝ ਕਰਦੇ ਹੋ, ਪਰ ਸੱਚ ਦੇ ਨਾਲ ਹਲੇ ਨਹੀਂ ਜੁੜੇ। ਗਲ ਮਾਲਾ ਤਿਲਕ ਲਲਾਟੰ, ਹੁਣ ਗਲ ਦੇ ਵਿੱਚ ਵੱਡੀਆਂ ਵੱਡੀਆਂ ਪਾਈਆਂ ਹੋਈਆਂ ਮਾਲਾ। ਧਰਮੀ ਬਣ ਗਿਆ ਬੰਦਾ, ਅਸੀਂ 4 ਕੁ ਮਾਲਾ ਦੇਖ ਕੇ ਉੱਥੇ ਹੀ ਸਾਡੀ ਤਾਂ ਬੋਲਤੀ ਬੰਦ ਹੋ ਜਾਂਦੀ ਹੈ ਵੀ ਬਾਬਾ ਜੀ ਪਤਾ ਨਹੀਂ ਕੌਣ ਆ। ਗਲ ਮਾਲਾ ਤਿਲਕ ਲਲਾਟੰ, ਆ ਲੰਮਾ ਸਾਰਾ ਤਿਲਕ ਲਾ ਲਿਆ, ਭਾਵ ਅਰਥ ਇਹ ਬਣਾ ਲਿਆ ਆਪਣਾ ਲਿਬਾਸ। ਦੋਏ ਧੋਤੀ ਵਸਤਰ ਕਪਾਟੰ, 2 ਧੋਤੀਆਂ ਲੈ ਲਈਆਂ। ਇੱਕ ਕਹਿੰਦਾ ਜਦੋਂ ਬੰਨੀ ਹੋਈ ਆ, ਇੱਕ ਜੇ ਇਹ ਜੂਠੀ ਹੋ ਗਈ ਕਿਸੇ ਕਾਰਨ ਕਰਕੇ ਦੂਜੀ ਧੋਤੀ ਬੰਨ ਲੂੰ ਸਪੈਸ਼ਲ ਨਾਲ। ਵਸਤਰ ਕਪਾਟੰ, ਸਿਰ ਤੇ ਤੌਲੀਆ ਜਿਹਾ ਰੱਖ ਲਿਆ। ਕਿੰਨਾ ਸੋਹਣਾ ਨਕਸ਼ਾ ਖਿੱਚਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਕੀ ਹੁੰਦਾ ਜੀ? ਗਲਮਾਲਾ ਤਿਲਕ ਲਲਾਟੰ, ਗਲਮਾਲਾ ਤਿਲਕ 'ਚ ਲਲਾਟ ਲਾ ਲਿਆ। ਦੋਏ ਧੋਤੀ ਵਸਤਰ ਕਪਾਟੰ, 2 ਚਿੱਟੀਆਂ ਧੋਤੀਆਂ ਤੇ ਉੱਤੇ ਕੱਪੜਾ ਜਿਹਾ ਰੱਖ ਲਿਆ ਸਿਰ ਤੇ। ਜੈ ਜਾਣਸ ਬ੍ਰਹਮੰ ਕਰਮੰ ਸਭ ਭੂਕਟ ਨਿਹਚੋ ਕਰਮੰ, ਜੇ ਤੂੰ ਬ੍ਰਹਮ ਦੇ ਕਰਮ ਜਾਣਨਾ ਚਾਹੁੰਦਾ ਨਾ, ਜੇ ਤੂੰ ਅਸਲੀ ਕਰਮ ਜਾਣਨਾ ਚਾਹੁੰਦਾ, ਜੇ ਤੂੰ ਪ੍ਰਮਾਤਮਾ ਨੂੰ ਜਾਣਨਾ ਚਾਹੁੰਦਾ, ਤਾਂ ਇਹ ਤੇਰੇ ਸਾਰੇ ਕਰਮ ਫੋਕਟ ਆ ਨਕਲੀ ਧਰਮੀਆਂ। ਸਭ ਫੋਕਟ ਨਿਹਚੋ ਕਰਮੰ, ਨਿਸ਼ਚੇ ਵਾਚ ਕੇ ਗੱਲ ਨਿਸ਼ਚੇ ਨਾਲ ਕਹਿ ਸਕਦੇ ਆ ਕਿ ਤੇਰੇ ਸਾਰੇ ਕਰਮ ਆ ਜਿਹੜੇ ਇਹ ਫੋਕਟ ਆ, ਇਹ ਕਰਮ ਕਾਂਡ ਆ। ਅੱਛਾ ਜੀ, ਹੁਣ ਇਹਦੇ ਵਿੱਚ ਕੱਲਾ ਇਹ ਨਹੀਂ ਸਮਝਣਾ। ਕਈ ਵਾਰੀ ਅਸੀਂ ਵਿਚਾਰ ਕਰਦੇ ਹਿੰਦੂ ਬ੍ਰਾਹਮਣ ਵੀਰ ਨੂੰ ਕਹਿ ਕੇ ਚਲੇ ਜਾਂਦੇ ਆ। ਠੀਕ ਆ, ਜਿਹੜੇ ਬ੍ਰਾਹਮਣ ਵੀਰ ਆਪਣੇ ਆਪ ਦੇ ਨਾਲ ਗੀਤਾ ਨੂੰ ਪੜ੍ਹਦੇ ਆ, ਵਿਚਾਰਦੇ ਆ, ਉਹ ਚੰਗੇ ਆ। ਜਿਹੜੇ ਮੁਸਲਮਾਨ ਵੀਰ ਕੁਰਾਨ ਸ਼ਰੀਫ ਦੀਆਂ ਪਵਿੱਤਰ ਆਇਤਾਂ ਨੂੰ ਪੜ੍ਹਦੇ ਆ, ਵਿਚਾਰਦੇ ਆ, ਉਹ ਚੰਗੇ ਆ। ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਵਿਚਾਰਦੇ ਆ, ਉਹ ਚੰਗੇ ਆ। ਤੇ ਵਿੱਚ ਤਿੰਨਾਂ ਧਰਮਾਂ ਦੇ ਵਿੱਚ ਹੀ ਭਾਵੇਂ ਜਿਹੜੇ ਮਰਜ਼ੀ ਧਰਮੀ ਹੋਣ, ਇੱਕ ਨਕਲੀ ਆਵੜਦਾ ਜਿਹਨੂੰ ਪੁਜਾਰੀਵਾਦ ਕਹਿੰਦੇ ਆ ਆਪਾਂ।
ਜਿਹੜਾ ਪੂਜਾ ਤੇ ਪਲਣ ਵਾਲਾ, ਲੋਕਾਂ ਨੂੰ ਬੁੱਧੂ ਬਣਾ ਕੇ ਉਹਨਾਂ ਤੋਂ ਪੈਸੇ ਠੱਗਣ ਵਾਲਾ ਹੈ, ਨਕਲੀ ਧਰਮੀ, ਉਹਨਾਂ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾ ਰਹੇ ਹਨ। ਫਿਰ ਅਸੀਂ ਕੀ ਕਰਨਾ ਮਹਾਰਾਜ, ਅਸੀਂ ਕੀ ਕਰੀਏ, ਸਾਨੂੰ ਕੀ ਸਿੱਖਿਆ? ਕਹ ਨਾਨਕ ਨਿਹਚੋ ਧਿਆਵੈ। ਨਿਸ਼ਚੇ ਨਾਲ ਇੱਕ ਗੱਲ ਸੁਣ ਲਓ ਭਾਈ, ਧਿਆਨ ਦੇ ਵਿੱਚ ਟਿਕਾ ਲਓ ਇਹ ਗੱਲ। ਕਿਹੜੀ ਜੀ? ਹੁਣ ਸਾਨੂੰ ਸਮਝਾਇਆ ਜਾ ਰਿਹਾ। ਹੁਣ ਗੁਰੂ ਨਾਨਕ ਬਾਬਾ ਜੀ ਹਾਜ਼ਰ ਨਾਜ਼ਰ ਹੋ ਕੇ ਸਾਨੂੰ ਗੁਰਮਤਿ ਦੀ ਸਿੱਖਿਆ ਦੇ ਰਹੇ ਆ। ਪਹਿਲਾਂ ਸਮਝਾਇਆ ਸੀ ਉੱਪਰ ਵੀ ਆਹ ਕੁਝ ਹੋ ਰਿਹਾ, ਹੁਣ ਕੀ ਹੈ? ਬਿਨ ਸਤਿਗੁਰ ਬਾਟ ਨਾ ਪਾਵੈ। ਸਿੱਖੋ ਦੇਖਿਓ ਕਿਤੇ ਬਿਨਾਂ ਸਤਿਗੁਰੂ ਤੋਂ, ਬਿਨਾਂ ਗਿਆਨ ਤੋਂ, ਬਿਨਾਂ ਗੁਰਬਾਣੀ ਤੋਂ ਸੱਚ ਦਾ ਰਸਤਾ ਨਹੀਂ ਲੱਭ ਸਕਦਾ। ਹੁਣ ਅਸੀਂ ਕਿੰਨੀ ਗੁਰਬਾਣੀ ਪੜ੍ਹਦੇ ਹਾਂ, ਕਿੰਨੀ ਗੁਰਬਾਣੀ ਜਾਣਦੇ ਹਾਂ, ਕਿੰਨੀ ਗੁਰਬਾਣੀ ਸਮਝਦੇ ਹਾਂ, ਤੇ ਕਿੰਨੇ ਸਾਡੇ ਮੁਖੀ ਗੁਰਬਾਣੀ ਦਾ ਫੈਲਾਅ ਕਰ ਰਹੇ ਆ। ਇਹ ਅਸੀਂ ਆਪਣੇ ਆਪ ਤੇ ਨਿਗਾਹ ਮਾਰਨੀ ਆ ਭਾਈ। ਗੁਰੂ ਬਾਬਾ ਜੀ ਕੀ ਕਹਿ ਰਹੇ ਆ? ਕਹਿੰਦੇ ਬਿਨ ਸਤਿਗੁਰ ਬਾਟ ਨਾ ਪਾਵੈ, ਰਸਤਾ ਨਹੀਂ ਲੱਭ ਸਕਦਾ ਭਾਈ। ਜੇ ਉਹ ਨਕਲੀ ਮੁਸਲਮਾਨ ਬਣ ਗਿਆ, ਜੇ ਉਹ ਨਕਲੀ ਹਿੰਦੂ ਬਣ ਗਿਆ, ਤੇ ਤੂੰ ਵੀ ਨਕਲੀ ਸਿੱਖ ਬਣ ਗਿਆ ਗੁਰੂ ਦੇ ਗਿਆਨ ਤੋਂ ਬਿਨਾਂ। ਇਸ ਤਰ੍ਹਾਂ ਦਾ ਭਾਈ ਸਾਡੇ ਨਾਲ ਹੋ ਰਿਹਾ। ਫਿਰ ਸੁਣੋ ਇੱਕ ਵਾਰੀ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਹੁਣ ਅਸੀਂ ਵੀ ਪੁਸਤਕਾਂ ਪੜ੍ਹਦੇ ਹਾਂ, ਕਿਤਾਬਾਂ ਪੜ੍ਹਦੇ ਹਾਂ ਧਾਰਮਿਕ, ਤੇ ਵਾਦ ਵਿਵਾਦ ਵੀ ਕਰਦੇ ਹਾਂ। ਸਾਡੇ ਉੱਪਰ ਵੀ ਇਹੀ ਹੈ, ਸਿਲ ਪੂਜਸ ਬਗਲ ਸਮਾਦੰ। ਜੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਦੀ ਤਰ੍ਹਾਂ ਮੱਥਾ ਟੇਕ ਕੇ ਮੁੜ ਆਵਾਂਗੇ, ਫਿਰ ਸਾਡੀਆਂ ਬਗਲੇ ਵਰਗੀਆਂ ਹੀ ਸਮਾਧੀਆਂ, ਅਸੀਂ ਵੀ ਨਕਲੀ ਰਹਾਂਗੇ। ਮੁੱਖ ਝੂਠ ਬਪੂਖ ਅਨੁਸਾਰੰ। ਮੁੱਖ ਤੋਂ ਝੂਠ ਬੋਲਦੇ ਆ, ਦੇਵੀ ਦੇਵਤਿਆਂ ਦੀਆਂ ਗੱਲਾਂ ਕਰਦੇ ਆ, ਦੈਂਤਾਂ ਦੀਆਂ। ਫਲਾਨੇ ਥਾਂ ਦਰਖਤ ਤੇ ਉਹ ਰਹਿੰਦਾ ਸੀ, ਦੈਂਤ ਰਹਿੰਦਾ ਸੀ, ਫਲਾਨਾ ਸੀ, ਧਮਕਾ ਸੀ। ਇਹੋ ਜਿਹੇ ਗਹਿਣੇ ਬਣਾ ਗਹਿਣੇ ਪਾ ਝੂਠ ਬੋਲੀ ਜਾਂਦੇ। ਤ੍ਰੈਪਾਲ ਤਿਹਾਲ ਵਿਚਾਰੰ। ਤਿੰਨੇ ਟਾਈਮ ਤੁਸੀਂ ਆਪਣੇ ਜਾਣੇ ਪਾਠ ਪੂਜਾ ਵੀ ਕਰਦੇ ਹੋ। ਗਲ ਮਾਲਾ ਤਿਲਕ ਲਲਾਟੰ। ਗਲ ਦੇ ਵਿੱਚ ਮਾਲਾ ਵੀ ਪਾਇਆ, ਤਿਲਕ ਵੀ ਆ, ਭਾਵ ਕਿ ਉੱਤੋਂ ਕੱਪੜੇ ਵੀ ਪੂਰੇ ਪਾਏ ਆ। ਅਸੀਂ ਸਿੱਖਾਂ ਵਾਲੇ ਮੰਨ ਲਈਏ, ਪੱਗ ਪੁੱਗ ਚੰਗੀ ਬੰਨੀ ਆ, ਚੰਗਾ ਸਾਰਾ ਕੁਝ ਚਿੱਟੇ ਚੁੱਟੇ ਪਾਏ ਹੋਏ ਆ, ਪੂਰਾ ਐਨ ਸਜਿਆ ਬੈਠਾ। ਦੋਏ ਧੋਤੀ ਬਸਤਰ ਕਪਾਟੰ। ਦੋ ਕੱਪੜੇ ਰੱਖਦੇ ਆ। ਫਿਰ ਕਹਿੰਦੇ ਇੱਕ ਜੂਠਾ ਹੋ ਗਿਆ, ਜੇ ਕਿਸੇ ਦਾ ਹੱਥ ਲੱਗ ਗਿਆ ਤਾਂ ਬਦਲ ਕੇ ਦੂਜੇ ਪਾ ਲਾਂਗੇ। ਜੈ ਜਾਣਸ ਬ੍ਰਹਮਮ ਕਰਮਮ ਸਭ ਫੋਕਟ ਨਿਹਚੋ ਕਰਮਮ। ਜੇ ਬ੍ਰਹਮ ਦੇ ਕਰਮ ਨੂੰ ਜਾਣਨਾ, ਜੇ ਗੁਰਬਾਣੀ ਦੇ ਗਿਆਨ ਪਤਾ ਲੱਗ ਗਿਆ, ਤਾਂ ਸਾਰੇ ਕਰਮਾਂ ਦਾ ਪਤਾ ਲੱਗ ਜਾਣਾ ਵੀ ਫੋਕਟ ਹੀ ਹੈ। ਇਹ ਭਾਈ ਨਜਾਇਜ਼ ਹੀ ਆ, ਗਾਹਾਂ ਨਹੀਂ ਜਾਂਦੇ, ਨਾਲ ਨਹੀਂ ਜਾਂਦੇ। ਸੱਚੇ ਪ੍ਰਮਾਤਮਾ ਨਾਲ ਜੋੜਨ ਵਾਸਤੇ ਇੱਕ ਵੀ ਕਰਮਕਾਂਡ ਕੰਮ ਨਹੀਂ ਕਰਦਾ। ਕਹੋ ਨਾਨਕ ਨਿਹਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਬਿਨਾਂ ਸਤਿਗੁਰੂ ਤੋਂ ਰਸਤਾ ਨਹੀਂ ਲੱਭ ਸਕਦਾ, ਨਹੀਂ ਲੱਭ ਸਕਦਾ, ਨਹੀਂ ਲੱਭ ਸਕਦਾ। ਇੱਕ ਤਾਂ ਹੈ ਪੜ੍ਹ ਕੇ MBBS ਕਰਕੇ ਫਿਰ ਡਾਕਟਰ ਬਣਨਾ, ਤੇ ਇੱਕ ਆ ਕੱਪੜੇ ਪਾ ਲੈਣੇ। ਸਤਿਗੁਰੂ ਨੂੰ ਪੜ੍ਹ ਕੇ ਗੁਰਮੁਖ ਬਣਨਾ, ਧਰਮੀ ਬਣਨਾ, ਤਾਂ MBBS ਕਰਨ ਵਾਲੀ ਗੱਲ ਆ। ਔਖਾ ਭਾਈ, ਇਹ ਕੰਮ ਕੋਈ ਸੌਖਾ ਨਹੀਂ ਹੈ। ਤੇ ਕੱਪੜੇ ਪਾ ਕੇ ਤਾਂ ਘੰਟੇ 'ਚ ਹੀ ਸੰਤ ਮਹਾਤਮਾ ਬਣ ਸਕਦਾ। ਜਿਵੇਂ ਕਿਸੇ ਨੂੰ ਕਿਹਾ, ਕਹਿੰਦੇ ਜੀ ਸੰਤ ਬਣਨਾ, ਉਹ ਕਹਿੰਦੇ ਵੀ ਕਿਹੜਾ ਬਣਨਾ, ਘੰਟੇ ਵਾਲਾ ਬਣਨਾ ਕਿ ਦੂਜਾ ਅਸਲੀ ਬਣਨਾ? ਕਹਿੰਦੇ ਵੀ ਜੇ ਤਾਂ ਘੰਟੇ ਵਾਲਾ ਬਣਨਾ ਤਾਂ ਉਹ ਕਮਰੇ 'ਚ ਜਾ, ਕਮਰੇ ਜਾ ਕੇ ਚੂਲੇ ਚੂਲੇ ਪੈ ਸਾਰੇ ਤਿਆਰ ਹੋ ਕੇ ਘੰਟੇ 'ਚ ਆ ਜਾ, ਲੋਕ ਸੰਤ ਕਹਿਣਗੇ। ਤੇ ਜੇ ਭਾਈ ਅਸਲੀ ਬਣਨਾ, ਉਹ ਤਾਂ ਭਰਾਵਾ ਹਲੇ ਤੱਕ ਅਸੀਂ ਆਪ ਨਹੀਂ ਬਣੇ। ਅਸੀਂ ਤਾਂ ਆਪ ਦੇਖ ਰਹੇ, ਸੰਤ ਦੀ ਅਵਸਥਾ ਇੱਕ, ਸੰਤ ਦੇ ਗੁਣ ਹੁੰਦੇ ਆ। ਬੀਬੀ ਵੀ ਸੰਤ ਬਣ ਸਕਦੀ ਹੈ, ਭੈਣ ਵੀ ਸੰਤ ਬਣ ਸਕਦੀ ਹੈ, ਕੁੜਤੇ ਪਜਾਮੇ ਵਾਲਾ ਵੀ ਸੰਤ ਬਣ ਸਕਦਾ, ਪੈਂਟ ਸ਼ਰਟ ਵਾਲਾ ਵੀ ਸੰਤ ਬਣ ਸਕਦਾ, ਕੁੜਤੇ ਚਾਦਰੇ ਵਾਲਾ ਵੀ ਸੰਤ ਬਣ ਸਕਦਾ। ਭਾਈ ਸੰਤ ਇੱਕ ਬਿਰਤੀ ਆ, ਸੰਤ ਗੁਣਾਂ ਦਾ ਨਾਮ ਆ। ਬਿਨ ਸਤਿਗੁਰ ਬਾਟ ਨਾ ਪਾਵੈ। ਜਿਹੜੇ ਸਤਿਗੁਰੂ ਨਾਲ ਜੁੜ ਗਏ, ਕੱਪੜੇ ਚਾਹੇ ਜਿਹੋ ਜਿਹੇ ਮਰਜ਼ੀ ਪਾਏ ਆ ਭਾਈ, ਉਹ ਰਸਤਾ ਲੱਭ ਲੈਂਦੇ ਆ ਸੱਚ ਦਾ। ਬਿਨਾਂ ਸਤਿਗੁਰੂ ਤੋਂ ਸਿੱਖੋ ਠੱਗੇ ਜਾ ਰਹੇ ਹੋ, ਗੁਰੂ ਤੋਂ ਉਲਟ ਚੱਲ ਰਹੇ ਹਾਂ ਅਸੀਂ ਉਹ ਬੇਅਦਬੀ ਹੋਰ ਆ ਜਿਹੜੀ ਹੈਗੀ ਅੰਗ ਪਾੜ ਕੇ ਕੀਤੀ ਜਾਂਦੀ ਆ। ਅਸੀਂ ਰੋਜ਼ ਬੇਅਦਬੀ ਕਰਦੇ ਹਾਂ ਗੁਰੂ ਦੀ ਗੱਲ ਤੋਂ ਉਲਟ ਗੱਲਾਂ ਕਰਕੇ। ਗੁਰੂ ਦੇ ਸਾਹਮਣੇ ਬੈਠ ਕੇ ਵੀ ਅਸੀਂ ਉਲਟ ਗੱਲਾਂ ਕਰਦੇ ਹਾਂ, ਜਦ ਕਿ ਗੁਰੂ ਕਹਿ ਰਿਹਾ ਤੀਰਥ ਨਾਵਣ ਜਾਊਂ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਪਰ ਅਸੀਂ
ਤੀਰਥਾਂ ਤੇ ਲਈ ਫਿਰਦੇ ਆ ਲੋਕਾਂ ਨੂੰ। ਇਸ ਕਰਕੇ ਗੁਰੂ ਨੂੰ ਕਹਿੰਦੇ ਆ ਤੂੰ ਰੋਕ ਕੇ ਦਿਖਾ, ਤੇ ਤੋਂ ਉਲਟ ਕਰਾਂਗੇ ਅਸੀਂ। ਗੁਰੂ ਇਸ਼ਨਾਨ ਕਿਹੜਾ ਕਹਿੰਦਾ? ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਗੁਰੂ ਕਹਿੰਦਾ ਅੰਦਰਲਾ ਇਸ਼ਨਾਨ ਕਰੋ, ਅਸੀਂ ਕਹਿੰਦੇ ਆ ਨਹੀਂ, ਅਸੀਂ ਬਾਹਰਲਾ ਹੀ ਕਰਕੇ ਤਰ ਕੇ ਦਿਖਾਵਾਂਗੇ। ਗੁਰੂ ਦੇ ਉਲਟ ਚੱਲ ਰਹੇ ਆ ਭਾਈ। ਧਿਆਨ ਕਰਨ ਦੀ ਲੋੜ ਆ। ਬਿਨ ਸਤਿਗੁਰ ਬਾਟ ਨਾ ਪਾਵੇ। ਸਾਰਿਆਂ ਵਾਸਤੇ ਇੱਕੋ ਜਿਹੀ ਵਿਚਾਰ ਆ, ਮੇਰੇ ਵਾਸਤੇ ਵੀ, ਤੁਹਾਡੇ ਸੁਣਨ ਵਾਲਿਆਂ ਵਾਸਤੇ ਵੀ, ਕਿ ਬਿਨ ਸਤਿਗੁਰ ਬਾਟ ਨਾ ਪਾਵੇ, ਰਸਤਾ ਨਹੀਂ ਲੱਭਣਾ ਭਾਈ। ਸਤਿਗੁਰੂ ਨੇ ਰਸਤਾ ਦੱਸਣਾ। ਇਸ ਹਨੇਰੇ ਕਮਰੇ ਦੇ ਵਿੱਚੋਂ ਇਸ ਤਰ੍ਹਾਂ ਅਸੀਂ ਰੁਲੇ ਹੋਏ ਆ ਜਿਵੇਂ ਇੱਕ ਚੌਂਕ। ਮੰਨ ਲਓ ਇੱਕ ਚੌਂਕ ਆ, ਚੌਂਕ ਦੇ ਵਿੱਚ 9 ਰਸਤੇ ਖੁੱਲ੍ਹੇ ਆ, 10ਵਾਂ ਰਸਤਾ ਜਿਹੜਾ ਉੱਥੇ ਮਾੜਾ ਮੋਟਾ ਬੰਦ ਆ, ਕੋਈ ਰੁਕਾਵਟ ਲੱਗੀ ਹੋਈ ਆ। ਹੁਣ ਚੌਂਕ ਦੇ ਵਿੱਚ ਗੱਡੀ ਫਿਰ ਰਹੀ ਆ ਬੰਦੇ ਦੀ। ਹੁਣ ਕਦੇ ਕਿਹੜੇ ਰਸਤੇ ਨੂੰ ਚੱਲ ਪੈ ਜਾਂਦਾ, ਖੁੱਲ੍ਹਾ ਰਸਤਾ ਉਹ ਜਾਂਦਾ, ਗਾਂਹ ਜਾ ਕੇ ਰੋਹੀ ਬੀਆਬਾਨ ਆ ਜਾਂਦਾ, ਮੁੜ ਆਉਂਦਾ। ਫਿਰ ਦੂਜੇ ਰਸਤੇ ਜਾਂਦਾ, ਫਿਰ ਮੁੜ ਆਉਂਦਾ। ਤੀਜੇ ਰਸਤੇ ਜਾਂਦਾ, ਫਿਰ ਮੁੜ। ਕਿਉਂ? ਕਿਉਂਕਿ ਰਸਤਾ ਨਹੀਂ ਪਤਾ ਲੱਗਦਾ। ਹੁਣ ਬਿਜਲੀ ਲਸ਼ਕੀ, ਬੱਦਲ ਹੋਇਆ, ਤਾਂ 10 ਜਿਹੜੇ ਰਸਤੇ ਸੀ ਉਹ ਚੌਂਕ ਦੇ ਵਿੱਚ, ਉਹ 9 ਦਾ ਵੀ ਪਤਾ ਲੱਗ ਗਿਆ ਜਿਹੜੇ ਖੁੱਲ੍ਹੇ ਸੀ, ਇੱਕ 10ਵੇਂ ਦਾ ਵੀ ਪਤਾ ਲੱਗ ਗਿਆ। ਉੱਥੇ ਲਿਖਿਆ ਸੀ 10ਵਾਂ ਦੁਆਰ, ਸਹੀ ਰਸਤਾ। 9 ਜਿਹੜੇ ਗਲਤ ਸੀ, 10ਵਾਂ ਸਹੀ ਸੀ। ਕਦੋਂ ਪਤਾ ਲੱਗਿਆ? ਜਦੋਂ ਬਿਜਲੀ ਲਸ਼ਕੀ। ਹੁਣ ਇਸੇ ਤਰ੍ਹਾਂ 10 ਦੁਆਰ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਪਰ ਕਦੋਂ ਪਤਾ ਲੱਗਣਾ? ਜਦੋਂ ਬਿਜਲੀ ਡਿੱਗੀ, ਉਹਦੇ ਨਾਲ ਕੀ ਹੋਇਆ? ਚਾਨਣ ਹੋਇਆ, ਪ੍ਰਕਾਸ਼ ਹੋਇਆ, ਦਿਸ ਪਿਆ। ਤੇ ਗੁਰਬਾਣੀ ਕੀ ਹੈ? ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੈ ਮਨ ਆਏ। ਚੌਂਕ 'ਚ ਫਸੀ ਹੋਈ ਸਾਡੀ ਸੁਰਤ ਉਹ ਡਰਾਈਵਰ ਦੇ ਵਾਂਗੂ ਨਿਕਲ ਸਕਦੀ ਹੈ ਅਗਰ ਸਤਿਗੁਰੂ ਨਾਲ ਜੁੜ ਜੀਏ, ਅਗਰ ਗੁਰਬਾਣੀ ਨਾਲ ਜੁੜ ਜੀਏ। ਨਹੀਂ, ਬਿਨ ਸਤਿਗੁਰ ਬਾਟ ਨਾ ਪਾਵੈ। ਬਿਨਾਂ ਸਤਿਗੁਰੂ ਤੋਂ, ਬਿਨਾਂ ਗਿਆਨ ਤੋਂ ਉਹ ਰਸਤਾ ਸੱਚ ਵਾਲਾ ਨਹੀਂ ਕੋਈ ਲੱਭ ਸਕਦਾ, ਨਹੀਂ ਪਾ ਸਕਦਾ। ਜੇ ਇੱਕ ਵਾਰੀ ਉਹ ਰਸਤਾ ਲੱਭ ਗਿਆ, ਇੱਕ ਵਾਰੀ ਉੱਧਰਲੇ ਪਾਸੇ ਨੂੰ ਮੂੰਹ ਹੋ ਗਿਆ ਨਾ, ਫਿਰ ਲੈਣ ਵਾਲੇ ਆਪੇ ਹੀ ਖੜੇ ਆ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਕੱਪੜ ਰੂਪ ਸੁਹਾਵਣਾ, ਇਹ ਸਾਰਾ ਕੁਝ ਬਾਰੇ ਰਹਿ ਜਾਣਾ। ਕੱਪੜੇ ਵੀ ਖਤਮ ਹੋ ਜਾਣੇ ਆ, ਰੂਪ ਵੀ ਖਤਮ ਹੋ ਜਾਣਾ। ਛੱਡ ਦੁਨੀਆ ਅੰਦਰ ਜਾਵਣਾ, ਸਾਰਾ ਕੁਝ ਹੀ ਦੁਨੀਆ ਦੇ ਵਿੱਚ ਹੀ ਰਹਿ ਜਾਣਾ ਭਾਈ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਜਿਹੜਾ ਸਰੀਰ ਨਾਲ ਲੈ ਕੇ ਆਏ ਸੀ ਨਾ, ਉਹ ਸਰੀਰ ਵੀ ਨਾਲ ਨਹੀਂ ਜਾਣਾ, ਇਹ ਵੀ ਦੁਨੀਆ ਦੇ ਵਿੱਚ ਹੀ ਰਹਿ ਜਾਣਾ। ਇਹਨੇ ਵੀ ਸਿਵਿਆਂ ਤੱਕ ਹੀ ਸਾਥ ਦੇਣਾ। ਅੱਗੇ ਕੀ ਹੋਣਾ? ਚੰਗਾ ਮੰਦਾ ਆਪਣਾ ਆਪੇ ਹੀ ਕੀਤਾ ਪਾਵਣਾ। ਇਹਦਾ ਭਾਵ ਕੋਈ ਕਿਸੇ ਦੇ ਕਰਮਾਂ ਨੂੰ ਬਦਲ ਨਹੀਂ ਸਕਦਾ, ਕੋਈ ਕੁਛ ਨਹੀਂ ਹੋ ਸਕਦਾ। ਸਭ ਪਖੰਡਬਾਜ਼ੀਆਂ। ਜੇ ਖੁਦ ਆਪਣੇ ਆਪ ਨੂੰ ਬਦਲਣਾ ਚਾਹਾਂਗੇ, ਬਦਲ ਸਕਦੇ ਹਾਂ। ਦੁਨੀਆ ਦੇ ਵਿੱਚ ਇੱਕੋ ਇੱਕ ਇਨਸਾਨ ਆ ਜਿਹੜਾ ਮੈਨੂੰ ਬਦਲ ਸਕਦਾ, ਉਹ ਆ ਮੈਂ ਖੁਦ ਆਪ। ਆ ਜਿਹੜੇ ਗੁਰਬਾਣੀ ਪੜ੍ਹਨ ਸੁਣਨ ਸਮਝਣ ਦਾ ਮਕਸਦ ਕੀ ਹੈ, ਨਿਸ਼ਾਨਾ ਕੀ ਹੈ, ਟੀਚਾ ਕੀ ਹੈ? ਕਿ ਸਾਰਿਆਂ ਦੇ ਅੰਦਰ ਸਾਡੇ ਕਿਉਰਿਓਸਿਟੀ ਪੈਦਾ ਹੋ ਜਾਵੇ, ਜਾਣਨ ਦੀ ਇੱਛਾ ਪੈਦਾ ਹੋ ਜਾਵੇ, ਗਿਆਨ ਲੈਣ ਦਾ ਸਾਡੇ ਅੰਦਰ ਮਾਦਾ ਪੈਦਾ ਹੋ ਜਾਵੇ, ਚਾਓ ਪੈਦਾ ਹੋ ਜਾਵੇ, ਤਾਂ ਅਸੀਂ ਇਹ ਗਿਆਨ ਨੂੰ ਲੈ ਸਕਦੇ ਹਾਂ। ਬਾਕੀ ਸਾਰਾ ਕੁਝ ਦੁਨੀਆ 'ਚ ਰਹਿ ਜਾਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਇਹ ਇਨਸਾਨ, ਇਹ ਮਨੁੱਖ, ਸਭ ਤੋਂ ਵੱਡਾ ਗਿਆਨ ਇਹ ਆ ਵੀ ਜਿਹੜੇ ਤੂੰ ਕਰਮ ਕਰਦਾ ਨਾ, ਉਹੀ ਤੈਨੂੰ ਫਲ ਮਿਲੂ। ਇਹ ਕਰ ਸੋ ਇਹ ਕਰ ਪਾਏ। ਜੇ ਤਾਂ ਚੰਗੇ ਕਰਮ ਕਰਦਾ ਤਾਂ ਚੰਗਾ ਫਲ ਮਿਲੂ, ਜੇ ਬੁਰੇ ਕਰਮ ਕਰਦਾ ਤਾਂ ਬੁਰਾ ਫਲ ਮਿਲੂ। ਇਹਦੇ ਵਿੱਚ ਕੋਈ ਸਿਫਾਰਿਸ਼ ਨਹੀਂ ਹੋ ਸਕਦੀ, ਕੁਝ ਨਹੀਂ ਹੋ ਸਕਦਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਇਸ ਕਰਕੇ ਗੁਰਬਾਣੀ ਸਮਝਾ ਰਹੀ ਹੈ ਭਾਈ, ਬੁਰੇ ਕੰਮਾਂ ਤੋਂ ਬਚੋ, ਬੁਰਾਈਆਂ ਤੋਂ ਬਚੋ, ਬੁਰਿਆਂ ਦਾ ਸਾਥ ਦੇਣ ਤੋਂ ਬਚੋ। ਚੰਗੇ ਕਰਮ ਕਰੋ, ਚੰਗਾ ਪੱਖ ਕਰੋ, ਚੰਗੇ ਧਰਮੀ ਬਣੋ, ਸੱਚੇ ਧਰਮੀ ਬਣੋ, ਮਾਇਆ ਵਾਲੇ ਧਰਮੀਆਂ ਤੋਂ ਬਚੋ। ਇਸ ਕਰਕੇ ਗੁਰਬਾਣੀ ਰਹਿੰਦੇ ਸਮੇਂ ਸਮਝਾ ਰਹੀ ਹੈ। ਪਰ ਅਸੀਂ ਆਪਣੀ ਹਉਮੈ ਦੇ ਕਾਰਨ ਅਸੀਂ ਕਹਿੰਦੇ ਤੂੰ ਕੌਣ ਹੁੰਨਾ ਓਏ ਸਾਨੂੰ ਸਮਝਾਉਣ ਵਾਲਾ। ਵਾਕਈ ਸਹੀ ਗੱਲ ਹੈ, ਵਾਕਈ ਸੱਚ ਹੈ। ਠੀਕ ਆ ਭਾਈ, ਜਾਓ ਜਿੱਧਰ ਨੂੰ ਮਰਜ਼ੀ ਜਾਓ। ਸਿਆਣੇ ਬੰਦੇ ਨੇ, ਗੁਰੂ ਵੀ ਕੌਣ ਹੁੰਦੇ ਆ ਸਮਝਾਉਣ ਵਾਲੇ। ਅਸੀਂ ਤਾਂ ਇਹ ਵੀ ਕਹਾਂਗੇ ਨਾ, ਜੇ ਗੁਰੂ ਦੇ ਸਿੱਖ ਨੂੰ ਕਹਾਂਗੇ ਤੂੰ ਕੌਣ ਹੁੰਦਾ, ਤੇ ਇੱਕ ਦਿਨ ਇਹ ਵੀ ਕਹਾਂਗੇ ਵੀ ਗੁਰੂ ਤੂੰ ਕੌਣ ਹੁੰਦਾ ਸਾਨੂੰ ਸਮਝਾਉਣ ਵਾਲਾ।
ਸਾਡੇ ਅੰਦਰ ਇੰਨੀ ਹਉਮੈ ਆ ਚੁੱਕੀ ਹੈ। ਮਹਾਰਾਜ ਸਮਝਾ ਰਹੇ ਹਨ, ਹੁਕਮ ਕੀਏ ਮਨ ਭਾਵ ਦੇ। ਇੱਥੇ ਬਣਾ ਕੇ ਆਪਦਾ ਜੁੱਟ ਬਣਾ ਕੇ ਤਕੜੇ ਪੈਸੇ ਵਾਲੇ ਲੋਕ ਇਕੱਠੇ ਹੋ ਕੇ, ਧੱਕੇ ਵਾਲੇ ਪੈਸੇ ਇਕੱਠੇ ਹੋ ਕੇ, ਧੱਕੇ ਵਾਲੇ ਬੰਦੇ ਇਕੱਠੇ ਹੋ ਕੇ, ਇਕੱਠ ਹੋ ਕੇ ਇਹ ਸਾਰਾ ਹੁਕਮ ਕੀਏ ਮਨ ਭਾਵ ਦੇ। ਹੰਕਾਰੀ ਬੰਦੇ ਆਪਣੇ ਮਨ ਦੇ ਫਿਰ ਹੁਕਮ ਚਲਾਉਂਦੇ ਆ, ਜੋ ਆ ਕਰ ਦਿੱਤਾ ਸੀ ਕਰ ਦਿੱਤਾ ਹੈ, ਨਹੀਂ ਬਦਲਿਆ ਜਾਏਗਾ। ਜੋ ਹੋ ਭਾਵੇਂ ਗਲਤੀ ਹੋਈ ਹੋਵੇ ਉਹ ਵੀ ਉਵੇਂ ਹੀ ਹੁਕਮ ਚੱਲੂ, ਉਸੇ ਤਰ੍ਹਾਂ ਹੀ ਚੱਲੂ। ਹੁਕਮ ਕੀਏ ਮਨ ਭਾਮ ਦੇ। ਤੇ ਫਿਰ ਇਹਦਾ ਰਿਜ਼ਲਟ ਕੀ ਮਿਲੂਗਾ? ਰਾਹ ਭੀੜਾ ਅੱਗੇ ਜਾਵਣਾ। ਅਗਲਾ ਰਾਹ ਭੀੜਾ ਕਰੀ ਜਾਣਾ ਤੂੰ ਬੰਦਿਆ। ਰਾਹ ਖੁੱਲ੍ਹਾ ਵੀ ਮਨੁੱਖ ਆਪ ਕਰ ਸਕਦਾ ਤੇ ਰਾਹ ਭੀੜਾ ਵੀ ਆਪ ਕਰੀ ਜਾਂਦਾ। ਅੱਗੇ ਵਾਲਾ ਰਾਹ ਮਨੁੱਖ ਮਨ ਭਾਵ ਦੇ ਹੁਕਮ ਕਰਕੇ, ਆਪਦੀਆਂ ਮਰਜ਼ੀਆਂ ਕਰਕੇ, ਮਰਜ਼ੀ ਦੇ ਹੁਕਮ ਚਲਾ ਕੇ ਤਪੋਂ ਰਾਜ ਤੇ ਰਾਜੋਂ ਨਰਕ ਵਾਲਾ ਕੰਮ ਕਰ ਰਿਹਾ। ਅੱਗੇ ਦਾ ਰਾਹ ਹੈ ਮਨੁੱਖ, ਤੂੰ ਧੱਕਾ ਕਰਕੇ, ਤੂੰ ਆਪਣਾ ਹੁਕਮ ਚਲਾ ਕੇ, ਤੂੰ ਧੱਕੇ ਨਾਲ ਆਪਦੀਆਂ ਗੱਲਾਂ ਕਰਕੇ ਅੱਗੇ ਵਾਲਾ ਰਾਹ ਭੀੜਾ ਕਰ ਰਿਹਾ। ਧਿਆਨ ਰੱਖੀ। ਨੰਗਾ ਦੋਜਕ ਚਾਲਿਆ। ਇੱਥੋਂ ਜੋ ਕਮਾਇਆ 2 ਨੰਬਰ ਦੇ ਕੰਮ ਕਰਕੇ, ਬਲੈਕਾਂ ਛਲੈਕਾਂ ਕਰਕੇ, ਗੋਲਕਾਂ ਲੁੱਟ ਕੇ, ਜੋ ਵੀ ਕੁਝ ਕਿਸੇ ਨੇ ਕਮਾਇਆ ਅਖੀਰ ਦੇ ਵਿੱਚ ਕੁਝ ਵੀ ਨਾਲ ਨਹੀਂ ਜਾਣਾ। ਨੰਗਾ ਦੋਜਕ ਚਾਲਿਆ। ਉਹ ਜਾਂਦਾ ਭਾਈ ਜਿਹੜਾ ਬੁਰੇ ਕੰਮ ਕਰਨ ਵਾਲਾ ਸੀ, ਮਹਾਰਾਜ ਕਹਿੰਦੇ ਨੰਗਾ ਦੋਜਕਾਂ ਨੂੰ ਚੱਲਿਆ, ਨਰਕਾਂ ਨੂੰ ਚੱਲਿਆ। ਤਾਂ ਦਿਸੈ ਖਰਾ ਡਰਾਵਣਾ। ਕੱਪੜਾ ਕੋਈ ਨਹੀਂ, ਇੱਜ਼ਤ ਪੱਤ ਦਾ ਕੱਪੜਾ ਕੋਈ ਨਹੀਂ ਰਿਹਾ। ਚੰਗਾ ਕੰਮ ਕੋਈ ਕੀਤਾ ਨਹੀਂ ਸੀ ਸਾਰੀ ਉਮਰ, ਇਸ ਕਰਕੇ ਪੱਤ ਢਕੀ ਨਹੀਂ ਗਈ। ਪੱਤ ਦਾ ਇੱਜ਼ਤ ਦਾ ਕੱਪੜਾ ਨਹੀਂ ਪਿਆ, ਨੰਗਾ ਜਾਂਦਾ ਤੇ ਖਰਾ ਡਰਾਵਣਾ। ਤੇ ਨੰਗੇ ਬੰਦੇ ਤੋਂ ਡਰ ਵੀ ਬਹੁਤ ਲੱਗਦਾ। ਖਰਾ ਜਦੋਂ ਨਾ ਇਹ ਨੰਗਾ ਹੀ ਤੁਰਿਆ ਜਾਂਦਾ ਨਾ, ਕੋਈ ਸਿਫਤ ਸਲਾਹ ਦਾ ਕੱਪੜਾ ਹੋਵੇ ਤਾਂ ਢਕਿਆ ਜਾ ਸਕਦਾ, ਨਹੀਂ ਤਾਂ ਨੰਗਾ ਹੀ ਤੁਰਿਆ ਜਾਂਦਾ। ਖਰਾ ਡਰਾਵਣਾ ਉਹ ਚੱਲਿਆ ਭਾਈ ਡਰਾਉਣਾ ਦੋਜਕਾਂ ਨੂੰ। ਜੇ ਤਾਂ ਉਹ ਰਾਹ ਜਾਣਾ ਤਾਂ ਉਹ ਜਾਂਦੇ ਮਗਰ ਲੱਗ ਜਾਓ, ਤੇ ਜੇ ਨਹੀਂ ਜਾਣਾ ਚਾਹੁੰਦੇ ਉਹ ਰਾਹ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ। ਕਾਜ ਸਵਾਰਨਾ ਚਾਹੁੰਦੇ ਆ ਤਾਂ ਗੁਰੂ ਦੇ ਲੜ ਲੱਗੋ, ਗੁਰਬਾਣੀ ਲੜ ਲੱਗੋ ਭਾਈ। ਇੱਥੇ ਹੀ ਦੇਵਤੇ ਬਣੋ, ਜਿਉਂਦੇ ਹੀ ਦੇਵਤਿਆਂ ਵਾਲੇ ਕੰਮ ਕਰੋ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ, ਜਿਣ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਜੇ ਜੁੜ ਗਏ ਤਾਂ ਦੇਵਤੇ ਬਣ ਜਾਵਾਂਗੇ, ਨਹੀਂ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਬਸ ਆ ਸਿਰਾ, ਇਹ ਨਿਚੋੜ ਆ। ਇਹ ਮਨੁੱਖ ਤੂੰ ਗੁਣਾਂ ਨੂੰ ਪ੍ਰਾਪਤ ਕਰ ਲਵੇਂ ਤਾਂ ਗੁਰਮੁਖ ਬਣ ਜਾਏਗਾ। ਨਹੀਂ ਗੁਣਾਂ ਨੂੰ ਪ੍ਰਾਪਤ ਕਰੇਗਾ, ਨਹੀਂ ਗੁਰੂ ਨਾਲ ਜੁੜੇਗਾ, ਫਿਰ ਤੂੰ ਮਨਮੁਖ ਬਣ ਜਾਏਗਾ, ਔਗਣਾ ਵਾਲਾ ਬਣ ਜਾਏਗਾ। ਔਗਣਾ ਦੇ ਵਿੱਚ ਦੁਖੀ ਜੀਵਨ ਬਤੀਤ ਕਰਕੇ ਜਾਵੇਂਗਾ, ਅੱਗੇ ਜਾ ਕੇ ਵੀ ਦੁੱਖ ਭੋਗੇਗਾ। ਜੇ ਗੁਰੂ ਨਾਲ ਜੁੜ ਜਾਏਗਾ, ਸੱਚ ਨਾਲ ਜੁੜ ਜਾਏਗਾ, ਗੁਣਾਂ ਵਾਲਾ ਹੋ ਜਾਵੇਂਗਾ, ਫਿਰ ਇੱਥੇ ਵੀ ਸੌਖਾ ਰਹੇਗਾ। ਲੋਕ ਸੁਖੀਏ ਪਰਲੋਕ ਸਹੇਲੇ ਵਾਲਾ ਕਾਰਜ ਹੋ ਜੂ। ਨਹੀਂ ਤਾਂ ਇੱਥੇ ਵੀ ਦੁਖੀ ਤੇ ਉੱਥੇ ਵੀ ਦੁਖੀ। ਜੇ ਚੰਗੇ ਕੰਮ ਕਰੇਗਾ ਗੁਣਾਂ ਵਾਲਾ ਬਣ ਜਾਏਗਾ, ਇੱਥੇ ਵੀ ਸੁਖੀ ਤੇ ਅੱਗੇ ਵੀ ਸੁਖੀ। ਸੋ ਭਾਈ ਸਾਰੀ ਨਿਚੋੜ ਦਾ ਭਾਵ ਇਹ ਨਿਕਲਿਆ ਕਿ ਆਪਣੇ ਆਪ ਨੂੰ ਗੁਣਾਂ ਵਾਲੇ ਬਣਾਓ ਭਾਈ। ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਗ੍ਰੰਥ। ਗੁਣ ਕੋਈ ਹੈ ਨਹੀਂ ਤੇ ਹੰਕਾਰੀ ਹੋਇਆ ਫਿਰਦਾ। ਮਹਾਰਾਜ ਕਹਿੰਦੇ ਉਹ ਦੂਜੇ ਖੋਤਿਆਂ ਨੂੰ, ਭਾਰ ਢੋਣ ਵਾਲਿਆਂ ਨੂੰ ਖੋਤੇ ਨਾ ਕਹੋ, ਇਹ ਆ ਅਸਲੀ ਖੋਤਾ। ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਗ੍ਰੰਥ। ਗੁਣ ਵੀ ਹੈ ਨਹੀਂ, ਹਉਮੈ ਵੀ ਕਰੀ ਬੈਠਾ। ਜਦੋਂ ਗੁਣ ਆਉਣੇ ਸ਼ੁਰੂ ਹੋ ਗਏ ਨਾ, ਫਿਰ ਹਉਮੈ ਨਿਕਲਣੀ ਸ਼ੁਰੂ ਹੋ ਜਾਊਗੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਗੁਰਬਾਣੀ ਨਾਲ ਜੁੜੋ, ਨਾਮ ਨਾਲ ਜੁੜੋ, ਆਪਣੀ ਹਉਮੈ ਤੇ ਆਪਣੇ ਔਗਣਾਂ ਤੇ ਕਾਬੂ ਪਾ ਕੇ ਚੰਗੇ ਇਨਸਾਨ ਬਣੀਏ। ਚੰਗੇ ਆਪਣਾ ਲੇਖਾ ਆਪ ਬਣਾ ਰਹੇ ਹਾਂ ਅਸੀਂ। ਕਰਨੀ ਕਾਗਦ, ਜੋ ਅਸੀਂ ਕੰਮ ਕਰ ਰਹੇ ਹਾਂ ਉਹ ਕਾਗਜ਼ 'ਤੇ ਲਿਖੇ ਜਾ ਰਹੇ ਆ। ਕਰਨੀ ਕਾਗਦ, ਮਨ ਮਸਬਾਣੀ ਮਨ ਲਿਖ ਰਿਹਾ ਹੈ। ਬੁਰਾ ਭਲਾ ਦੋਏ ਰਾਹ ਪਾਏ। ਕਰਨੀ ਕਾਗਦ ਮਨ ਮਸਬਾਣੀ, ਬੁਰਾ ਭਲਾ ਦੋਏ ਲੇਖ ਪਏ। ਜਾਂ ਬੁਰਾ ਲਿਖ ਲਾ ਜਾਂ ਚੰਗਾ ਲਿਖ ਲਾ, ਇਹ ਆਪਣੇ ਸਿਰ 'ਤੇ ਅਸੀਂ ਚੰਗੇ ਲੇਖ ਲਿਖੀਏ ਭਾਈ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।